स्क्रीन तो आपे शेयर कर लेंगे ना? हाँ जी, डिस्प्ले आपे करा लोगे या कुछ इतों कोई लोड़ है कराने दी? ਵਿੱਚ ਅਸੀਂ ਸਾਰੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਦਾਸ ਵੱਲੋਂ ਅਤੀ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਅਤੇ ਸਾਰੇ ਹੀ ਸਮੁੱਚੀ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੇ ਸਰਦਾਰ ਹਰਜੀਤ ਸਿੰਘ ਜੀ ਉਹਨਾਂ ਨੇ ਦਾਸ ਨੂੰ ਹੁਕਮ ਲਾਇਆ ਸੀ ਕਿ ਭੱਟਾਂ ਦੇ ਸਵਈਏ ਦੀ ਵਿਚਾਰ ਆਰੰਭ ਕਰਨੀ ਹੈ ਔਰ ਅੱਜ ਤੋਂ ਅਸੀਂ ਉਹ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਸਾਹਮਣੇ ਮੇਰੇ ਸਕਰੀਨ ਤੇ ਡਿਸਪਲੇ ਹੋ ਗਿਆ ਸ਼ਬਦ ਤੇ ਅੱਜ ਦੀ ਵਿਚਾਰ ਦੇ ਵਿੱਚ ਜੇ ਇਜਾਜ਼ਤ ਹੋਵੇ ਤਾਂ ਸ਼ੁਰੂ ਕਰ ਲਈਏ ਜੀ। ਹਾਂਜੀ ਕਰੋ ਜੀ। ਹਾਂਜੀ, ਸਵਈਏ ਮਹਿਲੇ ਪਹਿਲੇ ਕੇ ਇਹਦੇ ਨਾਲ ਅੱਗੇ ਲਿਖਿਆ ਹੋਇਆ ਇੱਕ, ਪਹਿਲਾਂ ਇੱਕ ਮੈਂ ਸ਼ਬਦ ਮੈਂ ਪੜ੍ਹ ਲਵਾਂ ਇੱਕ ਵਾਰੀ ਸਾਰਾ। ਸਵਈਏ ਮਹਿਲੇ ਪਹਿਲੇ ਕੇ ਇੱਕ, ਇੱਥੇ ਇੱਕ ਇਸ ਕਰਕੇ ਲਿਖਿਆ ਕਿ ਇਹਨੂੰ ਪਹਿਲੇ ਕੇ ਪੜ੍ਹਨਾ ਹੈ, ਇਹਨੂੰ ਇੱਕ ਨਹੀਂ ਪੜ੍ਹਨਾ। ਸਵਈਏ ਮਹਿਲੇ ਪਹਿਲੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ परम गुरु सुख सागर, दुर्द निवारण शब्द सरे, गावे गंभीर तीर मत सागर, जोगी जंगम ध्यान करे, गावे इंद्राद भगत प्रहलादिक, आत्म रस जिन जानियो, कब कल सुजस गावो गुरु नानक, राज जोग जिन मानियो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਮੇਰੇ ਕੋਲ ਪਹਿਲਾ ਮੰਗਲਾਚਰਨ ਹੈਗਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ, ਇੱਕ ਰਸ ਭਰਪੂਰ ਹੈ, ਸਦੀਵ ਸੱਚਾ ਹੈ ਤੇ ਗੁਰੂ ਜੀ ਦੀ ਮਿਹਰਾਮਤ ਤੇ ਸਦਕਾ ਪ੍ਰਾਪਤ ਹੁੰਦਾ ਹੈ। ਇਹ ਸਾਡਾ ਬੇਸ ਹੈ, ਸਾਡੇ ਗੁਰਮਤਿ ਦਾ ਇੱਕ ਉਹ ਬੇਸ ਜਿਹਦੇ ਵਿੱਚ ਅਸੀਂ ਜਿਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ ਉਹਦੇ ਗੁਣਾਂ ਦਾ ਜ਼ਿਕਰ ਹੈ ਕਿ ਉਹ ਹੈ ਕੀ, ਕਿੱਥੇ ਰਹਿੰਦਾ ਹੈ। ਪਹਿਲੀ ਗੱਲ ਉਹ ਇੱਕ ਹੈ। ਕਾਰ ਦਾ ਮਤਲਬ ਉਹ ਸਾਰਿਆਂ ਵਿੱਚ ਵਿਆਪਕ ਹੈ, ਹਰ ਥਾਂ ਤੇ ਉਹ ਰਲਿਆ ਹੋਇਆ ਹੈ। ਤੇ ਜੇ ਸਾਰਿਆਂ ਵਿੱਚ ਰਲਿਆ ਇਹਦਾ ਮੈਨੂੰ ਕੀ ਲਾਭ ਹੈ, ਮੈਨੂੰ ਕੀ ਫਾਇਦਾ ਹੈ, ਮੈਨੂੰ ਕੀ ਸਿੱਖਿਆ ਹੈਗੀ ਹੈ? ਫਿਰ ਮੈਨੂੰ ਇਹ ਸਿੱਖਿਆ ਜੇ ਉਹ ਸਾਰਿਆਂ ਵਿੱਚ ਹੈਗਾ ਇਹਦਾ ਮਤਲਬ ਤੁਹਾਡੇ ਵਿੱਚ ਵੀ ਹੈਗਾ। ਜੇ ਤੁਹਾਡੇ ਵਿੱਚ ਹੈਗਾ ਫਿਰ ਮੈਂ ਤੁਹਾਡੇ ਨਾਲ ਗਲਤ ਵਿਹਾਰ ਨਹੀਂ ਕਰ ਸਕਦਾ। ਜੇ ਉਹ ਤੁਹਾਡੇ ਵਿੱਚ ਵੀ ਹੈ ਫਿਰ ਤੁਹਾਡੇ ਨਾਲ ਮੈਂ ਨਾ ਗਲਤ ਵਿਹਾਰ ਕਰ ਸਕਦਾ, ਨਾ ਬੁਰਾ ਬੋਲ ਸਕਦਾ, ਨਾ ਚੋਰੀ ਕਰ ਸਕਦਾ, ਨਾ ਬੇਈਮਾਨੀ ਕਰ ਸਕਦਾ, ਨਾ ਕੁਛ। ਫਿਰ ਉਹ ਮੇਰੇ ਵਿੱਚ ਵੀ ਹੈ ਕਿਉਂਕਿ ਕਾਰ ਮੈਨੇ ਸਾਰਿਆਂ ਵਿੱਚ ਹੈ। ਜੇ ਮੇਰੇ ਵਿੱਚ ਵੀ ਹੈ ਇਹਦਾ ਮਤਲਬ ਜੋ ਮੈਂ ਤੁਹਾਡੇ ਨਾਲ ਵਿਹਾਰ ਕਰਾਂਗਾ ਉਹ ਇਨਡਾਇਰੈਕਟਲੀ ਮੈਂ ਆਪਣੇ ਆਪ ਨਾਲ ਹੀ ਵਿਹਾਰ ਕਰਾਂਗਾ। ਮੈਂ ਜੇ ਤੁਹਾਨੂੰ ਬੁਰਾ ਕਹਿਣਾ ਵਾ ਤੇ ਮੈਂ ਤੁਹਾਡੇ ਸਰੀਰ ਨੂੰ ਨਹੀਂ, ਤੁਹਾਡੀ ਆਤਮਾ ਨੂੰ ਬੁਰਾ ਕਹਿਣਾ, ਤੇ ਤੁਹਾਡੀ ਆਤਮਾ ਤੇ ਮੇਰੀ ਆਤਮਾ ਇੱਕ ਹੈ, ਇਹਦਾ ਮਤਲਬ ਮੈਂ ਆਪਣੇ ਆਪ ਨੂੰ ਬੁਰਾ ਕਹਿ ਰਿਹਾ। ਜੇ ਮੈਂ ਤੁਹਾਡੀ ਚੋਰੀ ਕਰ ਰਿਹਾ ਇਹਦਾ ਮਤਲਬ ਤੁਹਾਡੀ ਆਤਮਾ ਮੇਰੀ ਆਤਮਾ ਇੱਕ ਹੈ, ਇਨਡਾਇਰੈਕਟਲੀ ਮੈਂ ਆਪਣੀ ਹੀ ਚੋਰੀ ਕਰ ਰਿਹਾ, ਤੁਹਾਡਾ ਨੁਕਸਾਨ ਕਰ ਰਿਹਾ ਮੈਂ ਆਪਣਾ ਹੀ ਕਰ ਰਿਹਾ। ਇਸ ਇੱਕ ਓੰਕਾਰ ਦੇ ਸਿਧਾਂਤ ਨੇ ਕੁੱਲ ਕਾਇਨਾਤ ਨੂੰ ਇੱਕ ਬਣਾ ਦਿੱਤਾ ਤੇ ਇੱਕ ਹੀ ਹੈ ਸਰਗੁਣ ਰੂਪ ਦੇ ਵਿੱਚ। ਉਹ ਆਪ ਦਾ ਹੀ ਉਹਦੇ ਆਪਣੇ ਆਪ ਦਾ ਪਸਾਰਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਤ ਉਸ ਦੀ ਹੋਂਦ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ। ਗੁਰ ਪ੍ਰਸਾਦ ਤੇ ਗੁਰੂ ਜੀ ਦੀ ਮਿਹਰਾਮਤ ਤੇ ਸਦਕਾ ਪ੍ਰਾਪਤ ਹੁੰਦਾ ਹੈ। ਸਵਈਏ ਮਹਿਲੇ ਪਹਿਲੇ ਕੇ ਅੱਗੇ ਇੱਕ ਅੰਕ ਪਾਇਆ ਹੈਗਾ ਕਿ ਇਸ ਇੱਕ ਨੂੰ ਪੜ੍ਹਨਾ ਪਹਿਲੇ ਕੇ। ਇਹਨੂੰ ਸਵਈਏ ਮਹਿਲੇ ਇੱਕ ਨਹੀਂ ਪੜ੍ਹਨਾ, ਇਹਨੂੰ ਪਹਿਲਾ ਨਹੀਂ ਪੜ੍ਹਨਾ। ਪਹਿਲੇ ਕੇ ਭਾਵ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰ ਸਿਫਤ ਦੇ ਵਿੱਚ ਉਚਾਰਨ ਕੀਤੇ ਹੋਏ ਸਵਈਏ ਹਨ। ਇਹ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ ਸਵਈਏ ਹਨ। ਹੁਣ ਇਸ ਤੋਂ ਪਹਿਲਾਂ ਥੋੜਾ ਜਿਹਾ ਅਸੀਂ ਜੇ ਧਿਆਨ ਦਈਏ ਤੇ ਉਹਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਵਈਏ ਸ਼ੁਰੂ ਹੋਏ ਸਨ ਉੱਥੇ ਆਇਆ ਸੀ ਸਿਰਲੇਖ ਸਵਈਏ ਸ਼੍ਰੀ ਮੁਖ ਵਾਕਿਆ ਮਹਿਲਾ ਪੰਜਵਾਂ, ਭਾਵ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਖ ਤੋਂ ਨਿਕਲੇ ਹੋਏ ਵਾਕ ਸਨ ਜਿਹਦੇ 9 ਸਵਈਏ ਅਤੇ ਉਸ ਤੋਂ ਅੱਗੇ 11 ਸਵਈਏ, ਟੋਟਲ 20 ਸਵਈਏ।
अति सत्कारयोग ਗਿਆਨੀ ਜਗੀਰ ਸਿੰਘ ਜੀ ਹੋਰਾਂ ਨੇ ਉਹਨਾਂ ਸਵਈਆਂ ਦੇ ਵਿਚਾਰ ਆਪ ਜੀ ਨਾਲ ਸਾਂਝੀ ਕਰਾਈ ਹੈ। ਹੁਣ ਅੱਗੋਂ ਮੁੱਖ ਵਾਕਿਆ ਨਹੀਂ ਹੈਗਾ, ਹੁਣ ਗੁਰੂ ਨਾਨਕ ਸਾਹਿਬ ਦੀ ਸਿਫਤ ਦੇ ਸਵਈਏ ਨੇ, ਇਸ ਕਰਕੇ ਲਫ਼ਜ਼ ਦੇ ਦਿੱਤਾ ਸਵਈਏ ਮਹਿਲੇ ਪਹਿਲੇ ਕੇ ਭਾਵ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਦੇ ਸਵਈਏ ਨੇ। ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਤੋਂ ਸਲਾਹ ਦੇ ਇਹ ਸਵਈਏ ਨੇ, ਜਿਹਦੇ ਵਿੱਚ ਸ਼ੁਰੂਆਤ ਹੈਗੀ ਹੈ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਇਹਦੇ ਵਿੱਚ ਮੈਂ ਇੱਕ ਥੋੜੀ ਜਿਹੀ ਗੱਲ ਸਪਸ਼ਟ ਕਰ ਦਿਆਂ ਵੀ ਇਹ ਭੱਟ ਕੌਣ ਨੇ, ਥੋੜਾ ਜਿਹਾ ਭੱਟਾਂ ਬਾਰੇ ਮੈਂ ਤੇ ਜ਼ਿਕਰ ਕਰ ਦਿਆਂ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸੂਰਜਵੰਸ਼ੀ ਰਾਜਾ ਹੋਇਆ ਸਗਰ, ਇਹ ਸਗਰ ਦੀ ਅੰਸ਼ ਵਿੱਚੋਂ ਨੇ, ਇਹ ਸਾਰੇ ਬ੍ਰਾਹਮਣ ਸਨ। ਰਾਜਾ ਸਗਰ ਦਾ ਪੁੱਤਰ ਸੀ ਅਸਮੰਜਸ, ਉਹਦਾ ਪੁੱਤਰ ਸੀ ਅੰਸ਼ਮਾਨ, ਉਹਦਾ ਪੁੱਤਰ ਸੀ ਦਲੀਪ, ਉਹਦਾ ਪੁੱਤਰ ਸੀ ਭਗੀਰਥ। ਇਹਦਾ ਕਹ ਲਓ ਵੀ 9ਵੀਂ ਪੀੜ੍ਹੀ ਚ ਜਾ ਕੇ ਆ ਗਿਆ ਭੱਟ ਰਈਆ। ਤੇ ਭੱਟ ਰਈਏ ਦੇ 6 ਪੁੱਤਰ ਸਨ। ਇੱਕ ਦਾ ਨਾਮ ਹੈਗਾ ਸੇਖਾ, ਦੂਜਾ ਗੋਪਾ, ਤੀਜਾ ਪਿੱਖਾ, ਚੌਥਾ ਚੋਖਾ, ਪੰਜਵਾਂ ਤੋਖਾ ਤੇ 6ਵਾਂ ਟੋਡਾ। ਭੱਟ ਰਈਏ ਦੇ 6 ਪੁੱਤਰ ਨੇ, ਜਿਹਦੇ ਵਿੱਚੋਂ ਜਿਹੜਾ ਭੱਟ ਇਹਦੇ ਵਿੱਚ ਇਹਨਾਂ ਦਾ ਮੇਨ ਜਿਹੜਾ ਹੈਗਾ ਵੈ ਉਹ ਹੈਗਾ ਭੱਟ ਜਿਹੜਾ ਦਾਸ ਭੱਟ ਹੈਗਾ, ਦਾਸ ਨਲ ਜਿਹਨੂੰ ਅਸੀਂ ਕਹਿੰਦੇ ਆ ਭੱਟ ਨਲ, ਉਹ ਇਹਨਾਂ ਦੇ ਪਰਿਵਾਰ ਤੋਂ ਵੱਖਰਾ ਹੈ, ਭਾਵੇਂ ਚਾਚਾ ਤਾਇਆ ਚ ਹੋਏਗਾ ਪਰ ਇਸ ਪਰਿਵਾਰ ਵਿੱਚ ਨਹੀਂ ਹੈਗਾ। ਜਿਹੜਾ ਭੱਟ ਪਿੱਖਾ ਤੇ ਭੱਟ ਟੋਡਾ ਹੈਗਾ ਵੈ, ਇਹ ਮੇਨ ਉਹ ਨੇ 2 ਭੱਟ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆ ਕੇ ਮਿਲੇ ਸਨ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਆਏ ਸਨ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਸੀ ਭੱਟ ਪਿੱਖਾ ਜੀ ਦਾ ਤੇ ਭੱਟ ਟੋਡਾ ਜੀ ਦਾ। ਤੇ ਭੱਟ ਟੋਡਾ ਤੇ ਭੱਟ ਜਿਹੜੇ ਪਿੱਖਾ, ਇਹ ਦੋਨੋਂ ਸਕੇ ਭਰਾ ਨੇ ਤੇ ਆਏ ਸਨ। ਉਸ ਤੋਂ ਬਾਅਦ ਜਦੋਂ ਅਗਲੀ ਵਾਰ ਸਨ 1581 ਚ ਪਹਿਲੀ ਵਾਰ ਮਿਲੇ, ਸਨ 1604 ਵਿੱਚ ਸੰਪਾਦਨਾ ਹੋਈ, ਤੇ ਉਦੋਂ 1581 ਚ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆ ਕੇ ਮਿਲੇ ਹਨ ਇਹ, ਉਦੋਂ ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੁਰਤਾ ਗੱਦੀ ਦਾ ਇਹ ਸਾਰਾ ਦ੍ਰਿਸ਼ ਆਪਣੇ ਅੱਖੀ ਦੇਖਿਆ ਸੀ ਕਿ ਕੀ ਕੁਝ ਪ੍ਰਿਥੀ ਚੰਦ ਨੇ ਉਸ ਸਮੇਂ ਕੀਤਾ, ਕੀ ਉਹਨੇ ਦੁਸ਼ਮਣੀ ਕੀਤੀ। ਤੇ ਪਰ ਭੱਟ ਹਰਮੰਸ ਨੇ ਉਸ ਗੱਲ ਦਾ ਜ਼ਿਕਰ ਸਭ ਤੋਂ ਅਖੀਰ ਚ ਆਪਣੇ 2 ਸਵਈਆਂ ਵਿੱਚ ਵੀ ਕੀਤਾ ਹੈਗਾ। ਖੈਰ, ਹੁਣ ਭੱਟ ਰਈਏ ਦੇ 6 ਪੁੱਤਰ ਨੇ, ਭੱਟ ਸੇਖਾ, ਗੋਪਾ, ਪਿੱਖਾ, ਚੋਖਾ, ਤੋਖਾ ਤੇ ਟੋਡਾ। ਇਹਦੇ ਵਿੱਚੋਂ ਭੱਟ ਸੇਖੇ ਦੇ 2 ਪੁੱਤਰ ਭੱਟ ਸਲ ਤੇ ਭੱਟ ਭਲ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਭੱਟ ਗੋਪੇ ਦੇ ਪੁੱਤਰ ਭੱਟ ਹਰਵੰਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਭੱਟ ਪਿੱਖੇ ਦੀ ਆਪਣੀ ਬਾਣੀ ਵੀ ਦਰਜ ਹੈ, ਉਹਦੇ 3 ਪੁੱਤਰਾਂ ਦੀ ਬਾਣੀ ਵੀ ਦਰਜ ਹੈਗੀ ਹੈ, ਭੱਟ ਕੀਰਤ ਦੀ, ਭੱਟ ਮਥੁਰਾ ਦੀ ਤੇ ਭੱਟ ਜਾਲਪ ਦੀ। ਭੱਟ ਚੋਖੇ ਦੇ 2 ਪੁੱਤਰਾਂ ਦੀ ਬਾਣੀ ਦਰਜ ਹੈ, ਭੱਟ ਕਲ ਸਹਾਰ ਜਿਹਨੂੰ ਭੱਟ ਕਲ ਕਿਹਾ ਜਾਂਦਾ ਹੈਗਾ, ਤੇ ਭੱਟ ਗਯੰਦ। ਇਹਦਾ ਕਈ ਨਾਮ ਭੱਟ ਕਲ ਸਹਾਰ ਦਾ ਟਲ ਵੀ ਕਹਿੰਦੇ ਨੇ, ਸੋ ਉਹ ਟਲ ਗੁਰ ਸੇਵੀ ਹੈ। ਪਰ ਮੈਂ ਥੋੜਾ ਸਪਸ਼ਟ ਕਰ ਦਿਆਂ, ਜਿੰਨੀਆਂ ਪ੍ਰਾਤਨ ਪ੍ਰਮਾਣਿਕ ਹੱਥ ਲਿਖਤ ਬੀੜਾਂ ਨੇ ਉਹਨਾਂ ਸਾਰਿਆਂ ਵਿੱਚ ਕਲ ਲਫ਼ਜ਼ ਹੈਗਾ, ਸੋ ਉਹ ਕਲ ਗੁਰ ਸੇਵੀ ਹੈ। ਪ੍ਰਿੰਟਡ ਬੀੜਾਂ ਦੇ ਵਿੱਚ ਜਿਹੜਾ ਉਹ ਟਲ ਛਪ ਗਿਆ, ਕੱਕੇ ਦੀ ਥਾਂ ਤੇ ਟੈਂਕਾ ਛਪਿਆ ਹੋਇਆ, ਪਰ ਪ੍ਰਾਤਨ ਬੀੜਾਂ ਦੇ ਵਿੱਚ ਕੱਕਾ ਹੀ ਲਫ਼ਜ਼ ਹੈਗਾ, ਸੋ ਉਹ ਕਲ ਗੁਰ ਸੇਵੀ ਹੈ। ਖੈਰ, ਭੱਟ ਕਲ ਸਹਾਰ ਦੇ ਛੋਟਾ ਨਾਮ ਭੱਟ ਕਲ ਹੈਗਾ। ਭੱਟ ਚੋਖੇ ਦੇ 2 ਪੁੱਤਰ ਭੱਟ ਕਲ ਸਹਾਰ ਤੇ ਭੱਟ ਗਿਆਤ, ਉਹਨਾਂ ਦੀ ਬਾਣੀ ਦਰਜ ਹੈ। ਭੱਟ ਤੋਖੇ ਦੇ 1 ਪੁੱਤਰ ਭੱਟ ਪਲ ਦੀ ਬਾਣੀ ਦਰਜ ਹੈ, ਤੇ ਇੱਕ ਭੱਟ ਨਲ ਦਾਸ, ਉਹ ਇਹਨਾਂ ਦੇ ਪਰਿਵਾਰ ਤੋਂ ਵੱਖਰਾ ਹੈ। ਖੈਰ, ਇਹ ਰਹਿਣ ਵਾਲੇ ਸੀ ਹਰਿਆਣੇ ਦੇ ਜੀਂਦ ਦੇ, ਇਹ ਸਾਰਸੁਤ ਬ੍ਰਾਹਮਣ ਕਹੇ ਜਾਂਦੇ। ਇਹਨਾਂ ਵਿੱਚ ਗੌੜ ਬ੍ਰਾਹਮਣ ਵੀ ਸਨ। ਕੁਛ ਕ੍ਰਿਸ਼ੀ ਤੋਂ ਇਹ ਬਣੇ ਹੋਏ ਸਰਸਵਤੀ ਦੇ ਉਰਲੇ ਪਾਸੇ ਜਿਹੜੇ ਰਹਿਣ ਵਾਲੇ ਬ੍ਰਾਹਮਣ ਸੀ, ਉਹਨਾਂ ਨੂੰ ਸਾਰਸੁਤ ਕਿਹਾ ਜਾਂਦਾ ਹੈ। ਉਹ ਹੋਏ ਤੇ ਕਰਨਾਲ ਸਾਈਡ ਦੇ ਜਿਹੜੇ ਇਹ ਭੱਟ ਬਣੇ ਗਏ। ਇਹਨਾਂ ਵਿੱਚ ਭੱਟ ਕੀਰਤ ਤੇ ਭੱਟ ਮਥੁਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਸਿੰਘ ਵੀ ਸਜੇ ਤੇ ਜੰਗ ਵਿੱਚ ਸ਼ਹੀਦ ਵੀ ਹੋਏ। ਭੱਟ ਮਥੁਰਾ ਜਿਹੜੇ ਨੇ ਉਹ 6ਵੇਂ ਪਾਤਸ਼ਾਹ ਦੇ ਸਮੇਂ ਸ਼ਹੀਦ ਹੋਏ ਸਨ। ਭੱਟ ਕੀਰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਸ਼ਹੀਦ ਹੋਏ ਸਨ। ਮੈਂ ਥੋੜੀ ਜਿਹੀ ਭੱਟਾਂ ਬਾਰੇ ਤਾਂ ਜਾਣਕਾਰੀ ਦਿੱਤੀ ਹੈਗੀ ਹੈ ਕਿ ਸਭ ਤੋਂ ਪਹਿਲਾਂ ਮਿਲਾਪ ਇਹਨਾਂ ਦਾ ਗੁਰੂ ਅਮਰਦਾਸ ਸਾਹਿਬ ਜੀ ਨਾਲ ਹੋਇਆ, ਭੱਟ ਪਿੱਖੇ ਤੇ ਟੋਡੇ ਦਾ। ਦੂਜੇ ਨੰਬਰ ਤੇ ਮਿਲਾਪ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਨਾਲ। ਉਸ ਤੋਂ ਬਾਅਦ ਇਹ ਗੁਰੂ ਨਾਨਕ ਦੇ ਘਰ ਨਾਲ ਸਦਾ ਲਈ ਜੁੜ ਗਏ ਸਨ। 6ਵੇਂ ਪਾਤਸ਼ਾਹ ਵੇਲੇ ਭੱਟ ਮਥੁਰਾ ਜੀ ਨੇ ਸ਼ਹਾਦਤ ਦਿੱਤੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਭੱਟ ਕੀਰਤ ਜੀ ਨੇ ਸ਼ਹਾਦਤ ਦਿੱਤੀ ਸੀ। ਹੁਣ
ਹੁਣ ਇੱਥੋਂ ਅਸੀਂ ਇਹ ਵਿਚਾਰ ਸ਼ੁਰੂ ਕਰਦੇ ਹਾਂ। ਮੇਰੇ ਇਹ ਵਿਚਾਰ ਦੱਸਣ ਦਾ ਮਤਲਬ ਇਹ ਸੀ, ਇਹ ਬ੍ਰਾਹਮਣ ਨੇ, ਕੌਸ਼ਿਕ ਬ੍ਰਾਹਮਣ ਨੇ, ਸਾਰਸਵਤ ਬ੍ਰਾਹਮਣ ਨੇ, ਤੇ ਸੁਭਾਵਿਕ ਜਦੋਂ ਇਹਨਾਂ ਨੇ ਬਾਣੀ ਉਚਾਰੀ ਤੇ ਇਹਨਾਂ ਨੇ ਸੰਸਕ੍ਰਿਤ ਦੇ ਲਹਿਜੇ ਦੇ ਵਿੱਚ ਬਾਣੀ ਉਚਾਰੀ। ਇਹਨਾਂ ਦੀ ਬਾਣੀ ਦਾ ਉਚਾਰਨ ਦਾ ਲਹਿਜਾ ਜਿਹੜਾ ਸੰਸਕ੍ਰਿਤ ਹੈਗਾ, ਕਿਉਂਕਿ ਸੰਸਕ੍ਰਿਤ ਦੇ ਵੇਦ ਗ੍ਰੰਥ ਪੜ੍ਹੇ ਸਨ। ਇਹੀ ਕਾਰਨ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਇਹਨਾਂ ਨੇ ਲਿਆ ਤੇ ਇਹਨਾਂ ਨੇ ਅਰਜੁਨ ਕਿਹਾ, ਅਰਜਨ ਨਹੀਂ ਕਿਹਾ, ਅਰਜੁਨ। ਗੁਰੂ ਅਰਜੁਨ ਪ੍ਰਤੱਖ ਹਰ, ਕਿਉਂਕਿ ਇਹਨਾਂ ਦੀ ਬੋਲੀ ਵਿੱਚ, ਇਹਨਾਂ ਦੀ ਜ਼ੁਬਾਨ ਤੇ ਲਹਿਜੇ ਦੇ ਵਿੱਚ ਅਰਜੁਨ ਹੈਗਾ, ਅਰਜਨ ਨਹੀਂ ਹੈ। ਸੰਸਕ੍ਰਿਤ ਦੀ ਟੋਨ ਇਹਨਾਂ ਦੀ ਜ਼ੁਬਾਨ ਦੇ ਵਿੱਚ ਹੋਣ ਕਰਕੇ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਹੈਗਾ, ਉਹ ਇਹਨਾਂ ਨੇ ਆਪਣੀ ਸੰਸਕ੍ਰਿਤੀ ਦੀ ਟੋਨ ਹੋਣ ਕਰਕੇ ਅਰਜੁਨ ਨਾਮ ਵਰਤਿਆ ਇਹਨਾਂ ਨੇ। ਅੱਜ ਬਹੁਤ ਸਾਰੇ ਐਸੇ ਵਿਦਵਾਨ ਨੇ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰੂ ਅਰਜੁਨ ਦੇਵ ਜੀ ਕਹਿਣ ਲੱਗ ਗਏ ਨੇ। ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਅਰਜਨ ਹੀ ਹੈ। ਭੱਟ ਜਿਹੜੇ ਭਾਈ ਸੱਤਾ ਤੇ ਬਲਵੰਡ ਜੀ ਨੇ, ਜਿਹੜੇ ਗੁਰੂ ਸਾਹਿਬ ਦੇ ਰਬਾਬੀ ਸਨ, ਕੀਰਤਨੀਏ ਸਨ, ਉਹਨਾਂ ਨੇ ਅਰਜਨ ਨਹੀਂ ਕਿਹਾ ਹੈਗਾ। ਭਾਈ ਗੁਰਦਾਸ ਜੀ ਨੇ ਅਰਜਨ ਲਫ਼ਜ਼ ਹੀ ਕਿਹਾ, ਪਰ ਬ੍ਰਾਹਮਣ ਕਿਉਂਕਿ ਬਾਹਰੋਂ ਆਏ ਸਨ ਤੇ ਉਹਨਾਂ ਦੀ ਟੋਨ ਅਰਜੁਨ ਵਾਲੀ ਸੀ, ਉਹਨਾਂ ਨੇ ਅਰਜੁਨ ਲਫ਼ਜ਼ ਵਰਤ ਲਿਆ। ਨਾਮ ਪੰਚਮ ਪਾਤਸ਼ਾਹ ਦਾ ਅਰਜਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੈ। ਹੁਣ ਜਦੋਂ ਇਹ ਦੂਰੋਂ ਆਏ ਨੇ, ਇਹਨਾਂ ਨੇ ਆ ਕੇ ਜਦੋਂ ਗੁਰੂ ਸਾਹਿਬ ਦੀ ਸਿਫਤ ਕੀਤੀ, ਮੈਂ ਆਰੰਭ ਵਿੱਚ ਹੀ ਦੱਸ ਦਿਆਂ ਕਿ ਜਿਹੜੀਆਂ ਇਹਨਾਂ ਕੋਲ ਉਦਾਹਰਨਾਂ ਸਨ, ਐਗਜ਼ਾਮਪਲ ਸਨ, ਉਹਨਾਂ ਦੇ ਆਧਾਰ ਤੇ ਇਹਨਾਂ ਨੇ ਸਿਫਤ ਕੀਤੀ, ਕਿਉਂਕਿ ਇਹਨਾਂ ਦੇ ਦੇਵੀ ਦੇਵਤੇ, ਇਹਨਾਂ ਦੇ ਰਿਸ਼ੀ ਮੁਨੀ ਇਹਨਾਂ ਲਈ ਬੜੇ ਮਾਨਤਾਯੋਗ, ਸਤਿਕਾਰਯੋਗ ਸਨ। ਪਰ ਜਦੋਂ ਗੁਰੂ ਨਾਨਕ ਦੇ ਘਰ ਆਏ, ਇਹਨਾਂ ਨੇ ਗੁਰੂ ਸਾਹਿਬਾਨਾਂ ਦੀ ਸਿਫਤ ਕੀਤੀ ਤੇ ਇਹ ਕਿਹਾ ਕਿ ਜਿਹੜੇ ਸਾਡੇ ਵੱਡੇ ਵਡੇਰੇ ਦੇਵੀ ਦੇਵਤੇ ਜਾਂ ਰਿਸ਼ੀ ਮੁਨੀ ਸਨ, ਉਹ ਵੀ ਤੁਹਾਡੀ ਸਿਫਤ ਕਰ ਰਹੇ ਨੇ, ਉਹ ਵੀ ਤੁਹਾਡੀ ਸਿਫਤ ਕਰ ਰਹੇ ਨੇ। ਤੁਹਾਡੇ ਵਿੱਚੋਂ ਅਸੀਂ ਆਪਣੇ ਅਵਤਾਰ ਹੀ ਦੇਖ ਰਹੇ ਹਾਂ, ਹੁਣ ਤੁਹਾਡੇ ਵਿੱਚੋਂ ਹੀ ਸਾਨੂੰ ਸਾਰਾ ਕੁਝ ਨਜ਼ਰ ਆ ਰਿਹਾ। ਖੈਰ, ਅੱਜ ਦੀ ਇਹ ਵਿਚਾਰ ਆਰੰਭ ਕਰ ਰਹੇ ਹਾਂ ਅਸੀਂ। ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਇੱਕ ਮਨ, ਮਨ ਤੇ ਨੰਨੇ ਨੂੰ ਸਿਹਾਰੀ ਲੱਗੀ, ਬਣ ਗਿਆ ਮਨ ਨਾਲ, ਇੱਕ ਮਨ ਨਾਲ ਇਕਾਗਰ ਹੋ ਕੇ। ਪੁਰਖ ਧਿਆਏ ਭਾਵ ਉਸ ਪੁਰਖ, ਪੁਰਖ ਇੱਕੋ ਹੀ ਆ, ਉਹ ਅਕਾਲ ਪੁਰਖ। इस जग में पुरख एक है और सगली नार सबई, पुरख एक ही है। एक मन पुरख ध्याए वरदाता, वरदाता मैंने बख्शिश करने वाला, वर देने वाला कह लो या बख्शिश करने वाला कह लो। एक मन पुरख ध्याए वरदाता। ਜਦੋਂ ਭੱਟ ਸਿਫਤ ਕਰਨ ਲੱਗੇ ਤੇ ਉਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਵੀ ਸਭ ਤੋਂ ਪਹਿਲਾਂ ਅਸੀਂ ਬਖਸ਼ਿਸ਼ ਕਰਨ ਵਾਲੇ ਉਸ ਪ੍ਰਭੂ ਦਾ ਧਿਆਨ ਧਰ ਰਹੇ ਹਾਂ। ਇੱਥੋਂ ਸ਼ੁਰੂਆਤ ਕਰ ਰਹੇ ਹਾਂ, ਅਕਾਲ ਪੁਰਖ ਦਾ ਧਿਆਨ ਧਰ ਕੇ, ਜਿਹੜਾ ਸਾਰਿਆਂ ਨੂੰ ਬਖਸ਼ਿਸ਼ ਕਰਨ ਵਾਲਾ ਹੈ। ਸੰਤ ਸਹਾਰ ਸਦਾ ਵਿਖਿਆਤਾ। ਸੰਤ ਇੱਥੇ ਤੱਤੀ ਨੂੰ ਔਕੜ ਨਹੀਂ ਹੈ, ਬਹੁਵਚਨ ਆ ਗਿਆ, ਬਹੁਤੇ ਸੰਤ ਜਨ। ਸਹਾਰ ਮੈਨੇ ਉਹਨਾਂ ਦਾ ਸਹਾਰਾ, ਸੰਤ ਜਨਾਂ ਦਾ ਇੱਕੋ ਸਹਾਰਾ। ਸਹਾਰ ਦੇ ਰਾਰੇ ਨੂੰ ਔਕੜ ਆ ਗਈ, ਮੈਨੇ ਇੱਕ ਸਹਾਰਾ, ਕਿਉਂਕਿ ਸਹਾਰਾ ਇੱਕੋ ਹੀ ਲਿਆ ਜਾਂਦਾ ਹੈ ਅਕਾਲ ਪੁਰਖ ਦਾ। ਸੰਤ ਜਨ ਇੱਕ ਅਕਾਲ ਪੁਰਖ ਦਾ ਸਹਾਰਾ ਲੈਂਦੇ ਨੇ। ਸੰਤ ਸਹਾਰ ਸਦਾ ਵਿਖਿਆਤਾ। ਵਿਖਿਆਤਾ ਮੈਨੇ ਪ੍ਰਗਟ, ਹਾਜ਼ਰ ਨਾਜ਼ਰ, ਸਾਹਮਣੇ। ਉਹ ਪ੍ਰਭੂ ਜਿਹੜਾ ਸੰਤ ਸਹਾਰ, ਜੋ ਸੰਤ ਜਨਾਂ ਦਾ ਆਸਰਾ ਹੈ ਤੇ ਸਦਾ ਹੀ ਹਾਜ਼ਰ ਨਾਜ਼ਰ ਹੈ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਤਾਸ ਚਰਨ, ਤਾਸ ਮੈਨੇ ਉਸ ਦੇ, ਇੱਕ ਵਚਨ ਅਕਾਲ ਪੁਰਖ ਲਿੰਗ ਦੀ ਗੱਲ ਚੱਲ ਰਹੀ, ਇਸ ਕਰਕੇ ਸੱਸੇ ਨੂੰ ਇੱਥੇ ਔਂਕੜ ਤਾਂ ਹੈ। ਤਾਸ ਮੈਨੇ ਉਸ ਦੇ, ਤਾਸ ਚਰਨ ਲੈ, ਹੁਣ ਚਰਨ ਹੁੰਦੇ ਨੇ ਦੋ, ਬਹੁਵਚਨ ਹੋ ਗਿਆ, ਇਸ ਕਰਕੇ ਚਰਨ ਦੇ ਨੰਨੇ ਨੂੰ ਔਕੜ ਨਹੀਂ ਆਈ। ਤਾਸ ਚਰਨ ਲੈ ਹਿਰਦੈ ਬਸਾਵੋ। ਬਸਾਵੋ ਮੈਨੇ ਮੈਂ ਵਸਾਉਂਦਾ ਹਾਂ, ਭਾਵ ਮੈਂ ਉਹਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਟਿਕਾਉਂਦਾ ਹਾਂ, ਜਿਹੜਾ ਹਾਜ਼ਰ ਨਾਜ਼ਰ ਹੈ, ਸੰਤ ਜਨਾਂ ਦਾ ਸਹਾਰਾ ਹੈ, ਭਾਵ ਅਕਾਲ ਪੁਰਖ ਦੇ ਚਰਨਾਂ ਨੂੰ ਮੈਂ ਹਿਰਦੇ ਵਿੱਚ ਵਸਾਉਂਦਾ ਹਾਂ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਇੱਥੇ ਬਸਾਵੋ ਬਿੰਦੀ ਸਹਿਤ ਉਚਾਰਨ ਹੋਏਗਾ, ਮੈਂ ਵਸਾਉਂਦਾ ਹਾਂ। ਜੇ ਕਵਾਂਗੇ ਬਸਾਵੋ, ਫਿਰ ਬਸਾਵੋ ਬਣ ਜਾਏਗਾ ਵੀ ਤੁਸੀਂ ਵਸਾਵੋ, ਵੀ ਮੈਂ ਨਹੀਂ ਵਸਾਣੇ ਚਰਨ, ਤੁਸੀਂ ਵਸਾਵੋ, ਤੇ ਉੱਥੇ ਬਸਾਵੋ ਚ ਹਾਹੇ ਨੂੰ ਔਕੜ ਆਏਗੀ। ਸੈਕੰਡ ਪਰਸਨ ਵਾਸਤੇ ਜਦੋਂ ਕਿਰਿਆ ਹੁੰਦੀ ਹੈ ਸੰਬੋਧਨ ਰੂਪ ਚ, ਉਦੋਂ ਹਾਹੇ ਨੂੰ ਔਕੜ ਆ ਜਾਂਦੀ ਹੈ। ਫਸਟ ਪਰਸਨ ਵਾਸਤੇ ਤੇ ਥਰਡ ਪਰਸਨ ਵਾਸਤੇ ਊੜੇ ਨੂੰ ਔਕੜ ਆਉਂਦੀ ਹੈ। ਬਸਾਵੋ ਮੈਨੇ ਮੈਂ ਵਸਾਉਂਦਾ ਹਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਤਉ ਮੈਨੇ ਉਦੋਂ, ਤਦੋਂ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਮੈਂ ਪਰਮ ਜਿਹੜੇ ਸਤਿਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਦੇ ਗੁਣਾਂ ਨੂੰ ਗਾਉਂਦਾ ਹਾਂ।
ਇੱਥੇ ਆਦਰਵਾਚੀ ਹੋਣ ਕਰਕੇ ਪਰਮ ਦੇ ਮੰਮੀ ਨੂੰ ਔਂਕੜ ਨਹੀਂ ਆਈ ਤੇ ਨਾਨਕ ਦੇ ਕੱਕੇ ਨੂੰ ਔਂਕੜ ਨਹੀਂ ਆਈ। ਆਦਰਵਾਚੀ ਸ਼ਬਦ ਆ ਗਿਆ। ਮੈਨੂੰ ਯਾਦ ਹੈ ਕਿ ਮੈਂ ਸਿੱਖ ਮਿਸ਼ਨਰੀ ਕਲਾਸ ਵਿੱਚ ਇਸੇ ਵਿੱਚ ਹੀ ਮੈਂ ਆਦਰਵਾਚੀ ਜਿਹੜਾ ਚੈਪਟਰ ਹੈਗਾ ਉਹ ਵਿਚਾਰ ਚੁੱਕਿਆ ਹੈਗਾ ਵਾ। ਭਾਵ ਮੈਂ ਇੱਕ ਅਕਾਲ ਪੁਰਖ ਦਾ ਧਿਆਨ ਕਰਕੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਣਾਂ ਨੂੰ ਪਾਉਣ ਲੱਗਿਆ ਵਾਂ। ਇਹਦਾ ਮਤਲਬ ਸਾਫ਼-ਸਾਫ਼ ਹੈ ਕਿ ਅਗਲੇ ਜਿਹੜੇ ਸਵਈਏ ਆ ਰਹੇ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਦੇ ਸਵਈਏ ਨੇ ਉਹ। ਗੁਰੂ ਨਾਨਕ ਪਾਤਸ਼ਾਹ ਦੀ ਉਹਦੇ ਵਿੱਚ ਸਿਫਤ ਕੀਤੀ ਗਈ ਹੈ। ਇਹ ਨਹੀਂ ਅਸੀਂ ਕਹਿ ਸਕਦੇ ਕਿ ਸਿਫਤ ਕੀਤੀ ਗਿਆਨ ਗੁਰੂ ਦੀ ਜਾਂ ਕਿਸੇ ਹੋਰ ਦੀ ਦੇ ਵਿੱਚ ਨਾਨਕ ਵੈਸੇ ਹੀ ਆ ਗਿਆ। ਇਹ ਨਾਨਕ ਨਹੀਂ, ਇਸ ਤਰ੍ਹਾਂ ਨਹੀਂ ਹੈ। ਉੱਪਰ ਪਹਿਲੇ ਹੀ ਬੰਦ ਵਿੱਚ ਭੱਟਾਂ ਨੇ ਸਪਸ਼ਟ ਕਰ ਦਿੱਤਾ, ਤਦੋਂ ਮੈਂ ਗੁਰੂ ਨਾਨਕ ਦੇ ਗੁਣ ਗਾਉਣ ਲੱਗਦਾ ਹਾਂ ਜਦੋਂ ਮੈਂ ਅਕਾਲ ਪੁਰਖ ਦਾ ਧਿਆਨ ਕਰ ਲਿਆ। ਤੇ ਕਿਵੇਂ ਗੁਣ ਗਾਏ? ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ। ਗਾਵੋ ਗੁਣ, ਮੈਂ ਗੁਣਾਂ ਨੂੰ ਗਾਉਂਦਾ ਹਾਂ। ਗੁਣ ਬਹੁਤੇ ਨੇ, ਇਸ ਕਰਕੇ ਨੰਨੇ ਨੂੰ ਔਂਕੜ ਨਹੀਂ ਆਈ। ਗੁਣਾਂ ਨੂੰ ਗਾਉਂਦਾ ਹਾਂ। ਪਰਮ ਗੁਰੂ ਸੁਖ ਸਾਗਰ, ਕਿਹਦੇ? ਜਿਹੜਾ ਪਰਮ ਮਹਾਨ ਗੁਰੂ ਹੈ ਉਹਦੇ ਗੁਣ ਗਾਉਂਦਾ ਹਾਂ। ਸੁਖ ਸਾਗਰ ਮੈਨੇ ਉਹ ਸੁੱਖਾਂ ਦਾ ਸਮੁੰਦਰ ਹੈ, ਜਿਹੜਾ ਸੁੱਖਾਂ ਦਾ ਸਾਗਰ ਹੈ। ਸੁੱਖਾਂ ਦੇ ਸਾਗਰ ਜਿਹੜੇ ਸਤਿਗੁਰੂ ਨੇ ਉਹਨਾਂ ਦੇ ਗੁਣਾਂ ਨੂੰ ਗਾਉਂਦਾ ਹਾਂ। ਸੁੱਖਾਂ ਦਾ ਸਾਗਰ ਕਿਵੇਂ ਹੈ? ਸਾਗਰ ਦਾ ਇੱਕ ਸੁਭਾਅ ਹੈ। ਜਿੰਨੇ ਵੀ ਨਦੀਆਂ ਨਾਲੇ ਚਿੱਕੜ ਨਾਲ ਭਰੇ ਹੋਏ ਜਦੋਂ ਸਾਗਰ ਦੇ ਚਰਨਾਂ ਨੂੰ ਛੂਹ ਲੈਂਦੇ ਨੇ ਤੇ ਸਾਗਰ ਕੀ ਕਰਦਾ ਹੈ? ਦੋ ਕੰਮ ਕਰਦਾ ਹੈ। ਪਹਿਲਾ ਕੰਮ ਇਹ ਕਰਦਾ ਹੈ, ਉਹਨਾਂ ਨਦੀਆਂ ਨਾਲਿਆਂ ਦਰਿਆਵਾਂ ਦੇ ਚਿੱਕੜ ਨੂੰ ਆਪਣੇ 'ਚ ਢੱਕ ਲੈਂਦਾ ਹੈ, ਲੁਕੋ ਲੈਂਦਾ ਹੈ। ਦੂਸਰਾ ਕੰਮ ਸਾਗਰ ਇਹ ਕਰਦਾ ਹੈ, ਉਹਨਾਂ ਨਦੀਆਂ ਨਾਲਿਆਂ ਦਰਿਆਵਾਂ ਨੂੰ ਆਪਣਾ ਰੂਪ ਦੇ ਦਿੰਦਾ ਹੈ। ਜਿਹੋ ਜਿਹਾ ਸਾਗਰ ਉਹੋ ਜਿਹੀ ਉਹ। ਅੱਜ ਤੀਕਰ ਕਦੀ ਕਿਸੇ ਨੇ ਨਹੀਂ ਕਿਹਾ ਕਿ ਦੇਖੋ ਸਮੁੰਦਰ ਵਿੱਚ ਸਤਲੁਜ ਦਰਿਆ ਵਗ ਰਿਹਾ ਹੈ, ਆਹ ਸਾਗਰ ਦੇ ਵਿੱਚ ਬਿਆਸ ਦਰਿਆ ਵਗ ਰਿਹਾ ਹੈ, ਇਹ ਰਾਵੀ ਦਰਿਆ, ਇਹ ਚਨਾਹ, ਇਹ ਜੇਹਲਮ, ਇਹ ਘੱਗਰ, ਇਹ ਕਾਵੇਰੀ, ਇਹ ਬ੍ਰਹਮਪੁੱਤਰ। ਕਦੀ ਨਹੀਂ ਕਿਸੇ ਨੇ ਕਿਹਾ। ਕਿਉਂ? ਕਿਉਂਕਿ ਜਿੱਥੇ ਦਰਿਆ ਨੇ ਸਾਗਰ ਦੇ ਚਰਨ ਨੂੰ ਛੂਹਿਆ ਉੱਥੇ ਦਰਿਆ ਮਿਟ ਗਿਆ, ਸਾਗਰ ਹੀ ਰਹਿ ਗਿਆ। ਸਾਗਰ ਨੇ ਆਪਣਾ ਰੂਪ ਕਰ ਦਿੱਤਾ। ਗੁਰੂ ਇਸ ਕਰਕੇ ਸੁੱਖਾਂ ਦਾ ਸਾਗਰ ਹੈਗਾ। ਜਦੋਂ ਅਸੀਂ ਗੁਰੂ ਦੇ ਚਰਨਾਂ ਨੂੰ ਛੂਹ ਲੈਂਦੇ ਹਾਂ, ਗੁਰੂ ਪਹਿਲਾ ਕੰਮ ਇਹ ਕਰਦਾ ਹੈ ਕਿ ਸਾਡੇ ਔਗੁਣਾਂ ਨੂੰ ਆਪਣੇ 'ਚ ਢੱਕ ਲੈਂਦਾ ਹੈ, ਸਾਡੇ ਔਗੁਣਾਂ ਤੇ ਪਰਦਾ ਪਾ ਲੈਂਦਾ। निर्गुण राख लिया संतन का सदका, सतगुरु ढाक लिया मुझे पापी पड़दा। उस तो अगे की करदा है? गुरु सिख नूं अपना रूप दे दिंदा है। गुरु सिख, सिख गुरु है, एको गुरु उपदेश चिताए। इस करके गुरु नूं कह दिता सुख सागर गुरदेव है, सुख दे मेल लए दुखियारे। दुखियारे मिला के, दोष अपने च मिला के सुख दे दिते, आनंद दे दिता। इस करके गुरु सुख सागर है। जो मींह उठे नदियां नालियां टोबियां का जल जाए, पवे विच सुरसरी सुरसरी मिलत पवित्र पावन होए जावे। ये वडियाई सतगुर निर्वैर विच, जित मिलिया तृष्णा को पुत्रे हर शांत कर डावे। गुरु विच ये वडियाई है। इस करके मैं सुख सागर गुरु नानक नूं गाउंदा हां। उस गुरु नानक साहब जी दे गुणां नूं गाउंदा हां जिहड़े सुखां दे सागर ने। वो की करदे ने फिर? दुरत निवारण, पापां नूं दूर कर दिंदे ने। दुरत मने पाप, पापां नूं दूर करदे ने। ਜਿਹੜੇ ਪਾਪਾਂ ਨੂੰ ਦੂਰ ਕਰਨ ਵਾਲੇ ਨੇ, ਉਹ ਸਾਗਰ ਪਾਪਾਂ ਦੇ ਚਿੱਕੜ ਨੂੰ ਆਪਣੇ 'ਚ ਲੁਕੋ ਲੈਂਦਾ ਹੈ। ਸ਼ਬਦ ਸਰੇ, ਸ਼ਬਦ ਦਾ ਸਰੋਵਰ, ਜਿਹੜਾ ਸ਼ਬਦ ਦਾ ਸੋਮਾ ਹੈਗਾ ਵੈ। ਗਾਵੇਂ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵੇਂ ਗੰਭੀਰ ਧੀਰ, ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੇ ਗੰਭੀਰ ਨੇ, ਧੀਰਜਵਾਨ ਨੇ, ਉਹ ਵੀ ਗਾ ਰਹੇ ਨੇ। ਮਤ ਸਾਗਰ, ਜੇ ਉੱਚੀ ਮਤ ਵਾਲੇ ਜਿਹੜੇ ਨੇ, ਮਤ ਦੇ ਸਮੁੰਦਰ ਭਾਵ ਉੱਚੀ ਮਤ ਵਾਲੇ, ਉਹ ਵੀ ਗੁਰੂ ਨਾਨਕ ਸਾਹਿਬ ਦੀ ਸਿਫਤ ਗਾ ਰਹੇ ਨੇ। ਜੋਗੀ ਜੰਗਮ ਧਿਆਨ ਤਰੇ, ਜਿੰਨੇ ਵੀ ਜੋਗੀ ਜੰਗਮ ਉਹ ਵੀ ਧਿਆਨ ਕਰਦੇ ਨਜ਼ਰ ਆਉਂਦੇ ਨੇ। ਹੁਣ ਇੱਥੇ ਭੱਟਾਂ ਦੇ ਕਹਿਣ ਦਾ ਮਤਲਬ ਇਹ ਹੈ, ਇਹ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਉਪਮਾ, ਤੁਹਾਡਾ ਗਿਆਨ ਐਸਾ ਹੈ ਜਿਨ੍ਹਾਂ ਦੇ ਸਾਹਮਣੇ ਜੋਗੀ ਵੀ ਝੁਕੇ, ਜਿਨ੍ਹਾਂ ਦੇ ਸਾਹਮਣੇ ਜੰਗਮ ਵੀ ਝੁਕੇ, ਜਿਨ੍ਹਾਂ ਦੇ ਸਾਹਮਣੇ ਸਾਰੇ ਝੁਕੇ। ਇੱਥੋਂ ਤੱਕ ਬੜਾ ਸਪਸ਼ਟ ਕਹਿ ਦਿੱਤਾ ਭਾਈ ਗੁਰਦਾਸ ਜੀ ਨੇ ਕਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਬੜੀ ਕਮਾਈ। ਜਿਹਦੇ ਅੱਗੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸਪਨਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਸਾਰੇ ਝੁਕੇ ਹੈਗੇ ਨੇ। ਇੱਥੋਂ ਤੱਕ ਜੋਗੀ ਮੁਲਾਣੇ, ਅਨੇਕਾਂ ਤਰ੍ਹਾਂ ਦੇ ਸਾਧ ਸੰਤ, ਜਤੀ ਸਤੀ, ਅਨੇਕਾਂ ਕਾਜੀ, ਅਨੇਕਾਂ ਮੁੱਲਾਂ, ਉਹ ਸਾਰੇ ਝੁਕੇ। ਜਿਸ ਸ਼ਹਿਰ ਚ ਗਏ ਪੂਰੇ ਸ਼ਹਿਰ ਹੀ ਝੁਕਦੇ ਰਹੇ। ਗੜ ਬਗਦਾਦ ਨਿਵਾਏ ਕੈ, ਮੱਕਾ ਮਦੀਨਾ ਸਭੇ ਨਿਵਾਇਆ, ਸਾਰੇ ਝੁਕਦੇ ਰਹੇ। ਭਾਵ ਜੋਗੀ ਤੱਕ, ਜੰਗਮ ਤੱਕ, ਉਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਝੁਕ ਕੇ। ਗੰਭੀਰ ਧੀਰ ਜਵਾਨ ਜਿਹੜੇ ਨੇ ਉਹ ਵੀ ਗਾ ਰਹੇ ਨੇ, ਭਾਵ ਗੁਰੂ ਨਾਨਕ ਦੇ ਹੁਕਮਾਂ ਨੂੰ ਸਮਝ ਰਹੇ।
गावें इंद्राद भगत प्रहलाद को, आत्म रस जिन जानियो, कब कल सुजस गावों गुरु नानक, राज जोग जिन माणियो। गावें इंद्राद, इंद्राद मैंने इंद्र आदिक, भगत प्रहलादिक, प्रहलाद आदिक जिहड़े भगत ने, आत्म रस जिन जानियो, जिन्हां ने आत्मा दा रस जानिया। भाव साडियां नज़रां विच इस तरह लगदा है कि इंद्र भी जिहड़ा वो भी गुरु नानक अगे चुकिया, क्योंकि उन्हां ब्राह्मणां दे हीरो जिहड़े ने, उन्हां दे मॉडल जिहड़े ने, वो प्रहलाद ने, ध्रुव ने, इंद्र ने, ब्रह्मा विष्णु महेश ने। पर जदों उन्हां गुरु नानक की सिफत कीती, उन्हां कह दिता सानूं तां इदां लगदा है जिवें इंद्र भी चुकदा है, प्रहलाद भी चुकदा है, इत्थे सारे ही चुकदे ने यार। भाव गुरु नानक पातशाह दा ज्ञान है ना सब तो उच्चा है। गुरु नानक दे तल ते सारे नीवें नज़र आउंदे ने। इदां लगदा है जिवें गा रहे ने, भाव उन्हां दे हुक्म नूं मन रहे ने। गावें इंद्राद, इंद्र आदिक, भगत प्रहलादिक, भगत प्रहलाद आदिक जिहड़े ने वो भी आत्म रस जिन जाणियो, जिन्हां ने, जिस गुरु नानक पातशाह ने आत्म दे रस नूं जाणिया। इत्थे जिन गुरु नानक पातशाह वास्ते लफ्ज़ वरते है, आत्म रस जिन जाणियो। याद रखियो, जिन, तिन, उन, इन, किन, ये 5 शब्द जदों आखिरी अखर नन्ने दी सिहारी नाल आउंदे ने, उदों एक जणे दी गल चलदी, एक वचन सिंगुलर दी। इत्थे जिन मैं भाव एक गुरु नानक साहिब, ते जिथे जिन, किन, तिन, उन, इन ये लफ्ज़ नन्ने मुक्ते दे नाल आउंदे ने, उत्थे बहुवचन दी गल हुंदी, ज़्यादा जणियां दी गल हुंदी है, प्लूरल। इत्थे जिन ते नन्ने नूं औंकड़ हैगी है, इत्थे एक वचन दी गल है। आत्म रस जिन जाणियो, भाव जिस गुरु नानक पातशाह ने आत्मक आनंद माणिया है, ਉਹਨੂੰ ਤੇ ਇੰਦਰ ਆਦਿਕ ਪ੍ਰਹਲਾਦ ਆਦਿਕ ਭਗਤ ਵੀ ਖਾ ਰਹੇ। ਕਬ ਕਲ ਸੁਜਸ ਗਾਵੋਂ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਕਬ ਮੈਨੇ ਕਵੀ, ਕਲ, ਕਲ ਜਿਹੜਾ ਕਵੀ ਹੈ ਭਾਵ ਭੱਟ ਕਲ ਸਹਾਰ, ਕਿਉਂਕਿ ਇਹ ਸਵਈਏ ਭੱਟ ਕਲ ਸਹਾਰ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਵਿੱਚ ਉਚਾਰੇ ਹੋਏ। ਕਬ ਕਲ ਸੁਜਸ ਗਾਵੋਂ ਗੁਰੂ ਨਾਨਕ, ਮੈਂ ਉਸ ਗੁਰੂ ਨਾਨਕ ਦੇ ਸੁਜਸ ਨੂੰ ਗਾਉਂਦਾ ਹਾਂ, ਮੈਂ ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਗਾਉਂਦਾ ਹਾਂ। ਰਾਜ ਜੋਗ ਜਿਨ ਮਾਣਿਓ, ਜਿਨੇ ਰਾਜ ਵੀ ਮਾਣਿਆ ਤੇ ਜੋਗ ਵੀ ਮਾਣਿਆ। ਅੱਜ ਤੱਕ ਦੁਨੀਆ ਦੀ ਸਿਫਤ ਗਾਉਂਦੇ ਰਹੇ, ਕਿਉਂਕਿ ਭੱਟਾਂ ਦਾ ਸੰਬੰਧ ਹੀ ਸੀ ਸਿਫਤ ਗਾਣੀ। ਭੱਟਾਂ ਦਾ ਕੰਮ ਇਹ ਸੀ ਕਿ ਉਹ ਸਿਫਤ ਗਾਉਂਦੇ ਸਨ। ਪਰ ਇੱਥੇ ਜਦੋਂ ਗੁਰੂ ਨਾਨਕ ਦੇ ਘਰ ਆਏ, ਉਹ ਆਖਦੇ ਨੇ ਅਸੀਂ ਗੁਰੂ ਨਾਨਕ ਦੀ ਸਿਫਤ ਇਸ ਕਰਕੇ ਗਾਉਂਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਇਕੱਲੇ ਫਕੀਰ ਨਹੀਂ ਹਨ, ਇਕੱਲੇ ਜੋਗੀ ਨਹੀਂ ਹਨ, ਇਕੱਲੇ ਦਰਵੇਸ਼ ਨਹੀਂ ਹਨ, ਉਹ ਤੇ ਬਾਦਸ਼ਾਹ ਵੀ ਨੇ, ਰਾਜੇ ਵੀ ਨੇ। ਭਾਵ ਇਕੱਲੇ ਫਕੀਰ ਨਹੀਂ ਜਿਹੜੇ ਘਰ-ਬਾਰ ਛੱਡ ਕੇ ਜੰਗਲ ਪਹਾੜ ਚਲੇ ਗਏ, ਉਹ ਰਾਜ ਵੀ ਮਾਣਦੇ ਨੇ, ਦੁਨੀਆ ਦੇ ਸੁੱਖ ਵੀ ਮਾਣਦੇ ਨੇ, ਪਰਿਵਾਰ ਵਿੱਚ ਵੀ ਰਹਿੰਦੇ ਨੇ, ਘਰ ਵਿੱਚ ਵੀ ਰਹਿੰਦੇ ਨੇ, ਗ੍ਰਸਤ ਵਿੱਚ ਵੀ ਰਹਿੰਦੇ ਨੇ, ਸੰਸਾਰ ਵਿੱਚ ਵੀ ਨੇ, ਕੰਮਕਾਰ ਵੀ ਕਰਦੇ ਨੇ। ਇਕੱਲਾ ਜੋਗ ਹੀ ਨਹੀਂ ਨਿਰਾ ਉਹਨਾਂ ਦੀ ਜ਼ਿੰਦਗੀ ਚ ਰਾਜ ਵੀ ਹੈ। ਇਕੱਲੇ ਦਰਵੇਸ਼ ਨਹੀਂ ਹਨ, ਉਹ ਬਾਦਸ਼ਾਹ ਵੀ ਹਨ। ਇਸ ਕਰਕੇ ਰਾਜ ਜੋਗ ਦਾ ਸੰਕਲਪ ਹੈ ਗੁਰਸਿੱਖੀ, ਜਿਹਦੇ ਚ ਦੋਨੋਂ ਚੀਜ਼ਾਂ ਨੇ। ਇਹ ਨਹੀਂ ਕਿ ਸਿੱਖ ਨੂੰ ਕਿ ਸਿੱਖ ਗਰੀਬ ਹੋਵੇ, ਨਹੀਂ ਰਾਜਾ ਹੋਵੇ, ਸਿੱਖ ਦੇ ਕੋਲ ਕਿਸੇ ਚੀਜ਼ ਦੀ ਕਮੀ ਨਾ ਹੋਵੇ, ਪਰ ਨਾਲ ਜੋਗ ਹੋਵੇ, ਰੱਬ ਦਾ ਸ਼ੁਕਰ ਵੀ ਹੋਵੇ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਈ ਜੜਾਊ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਕਿ ਮੋਤੀਆਂ ਦਾ ਮਹਿਲ ਹੋਵੇ, ਕਸਤੂਰ ਕੁੰਗੂ ਉਹਦੇ ਉੱਪਰ ਲਿਪੇ ਹੋਏ ਹੋਣ, ਜੜੇ ਹੋਏ ਹੋਣ, ਮੋਤੀ ਹੀਰੇ ਜਵਾਹਰਾਤ ਜੜੇ ਹੋਏ ਹੋਣ, ਪਰ ਨਾਲ ਨਾਲ ਜੋਗ ਵੀ ਹੋਵੇ। ਕਿਤੇ ਚੀਜ਼ਾਂ ਲੈ ਕੇ ਭੁੱਲ ਨਾ ਜਾਏ ਮਾਲਕ ਨੂੰ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨਾ ਆਵੇ, ਭੁੱਲ ਨਾ ਜਾਏ ਉਹ, ਯਾਦ ਰੱਖੇ। ਅਕਸਰ ਕਿਹਾ ਜਾਂਦਾ ਵੀ ਸਿੱਖ ਜਦੋਂ ਆਪਣਾ ਹੱਥ ਬਾਹਰ ਕੱਢੇ ਤੇ ਉਹਦੇ ਹੱਥ ਦੀ ਤਲੀ ਆਸਮਾਨ ਵੱਲ ਨਹੀਂ ਹੋਣੀ ਚਾਹੀਦੀ, ਉਹਦੇ ਹੱਥ ਦੀ ਤਲੀ ਜ਼ਮੀਨ ਵੱਲ ਹੋਣੀ ਚਾਹੀਦੀ। ਹੁਣ ਇੱਕ ਮੁਹਾਵਰਾ ਸੀ, ਇਹ ਮੁਹਾਵਰਾ ਇਸ ਗੱਲ ਦਾ ਸੀ ਕਿ ਸਿੱਖ ਜਦੋਂ ਹੱਥ ਬਾਹਰ ਕੱਢੇ, ਕੁਝ ਮੰਗਣ ਵਾਸਤੇ ਨਾ ਕੱਢੇ, ਕਿਸੇ ਨੂੰ ਕੁਝ ਦੇਣ ਵਾਸਤੇ ਕੱਢੇ। ਸਿੱਖ ਮੰਗਤਾ ਨਹੀਂ ਹੋਣਾ ਚਾਹੀਦਾ, ਸਿੱਖ ਦਾਤਾ ਹੋਣਾ ਚਾਹੀਦਾ। ਅੱਜ ਸਾਰੀ ਦੁਨੀਆ 'ਚ ਦੇਖ ਲਓ, ਤੁਹਾਨੂੰ ਵੱਖ-ਵੱਖ ਮੰਗਤੇ ਮਿਲ ਜਾਣਗੇ, ਪਰ ਗੁਰੂ ਨਾਨਕ ਦਾ ਸਿੱਖ ਕਦੀ ਤੁਹਾਨੂੰ ਕਿਤੇ ਮੰਗਤਾ ਨਹੀਂ ਮਿਲੇਗਾ। ਸਿੱਖ ਭਿਖਾਰੀ ਨਹੀਂ ਬਣੇਗਾ। ਗੁਰੂ ਨਾਨਕ ਦਾ ਸਿੱਖ ਕੇਸਾਧਾਰੀ ਸਾਧ ਸਰੂਪ ਜਿਹੜਾ ਉਹ ਦਾਤਾ ਤੇ ਨਜ਼ਰ ਆਏਗਾ, ਕੁਝ ਦਿੰਦਾ ਹੀ ਨਜ਼ਰ ਆਏਗਾ, ਲੈਂਦਾ ਨਹੀਂ। ਜਿੱਥੇ ਲੋੜ ਪਈ ਲੰਗਰ ਲਗਾ ਦਿੱਤੇ, ਜਿੱਥੇ ਲੋੜ ਪਈ ਮੰਜਿਆਂ ਬਿਸਤਰਿਆਂ ਦੇ ਲੰਗਰ ਲਗਾ ਦਿੱਤੇ, ਲੋੜ ਪਈ ਅੱਜ ਕਰੋਨਾ ਦੇ ਦੌਰ ਦੇ ਵਿੱਚ ਆਕਸੀਜਨ ਦੀ ਲੋੜ ਪਈ, ਆਕਸੀਜਨ ਦੇ ਲੰਗਰ ਲਗਾ ਦਿੱਤੇ। ਜਿਸ ਚੀਜ਼ ਦੀ ਦੁਨੀਆ ਨੂੰ ਲੋੜ ਪਈ ਉਹ ਚੀਜ਼ ਸਾਹਮਣੇ ਲਿਆ ਕੇ ਰੱਖ ਦਿੱਤੀ। ਦਿੱਲੀ 'ਚ ਆਕਸੀਜਨ ਦੇ ਲੰਗਰ ਲਗਾ ਦਿੱਤੇ, ਜਿੰਨੇ ਮਰਜ਼ੀ ਸਿਲੰਡਰ ਭਰ ਭਰਦਾ। ਕਿਉਂ? ਕਿਉਂਕਿ ਸਿੱਖ ਦਾਤਾ ਹੈ।
वो कला जोगी नहीं है, राजा भी नाल है। वो इस करके क्योंकि गुरु नानक ने राज योग सिखाया, इस करके राज लीला तेरा नाम बनाई, जोग बनया तेरा कीर्तन गाई। ये दोनों चीज़ां नाल ने। इस करके मैं गुरु नानक साहब की सिफत गाउंदा हां, जिन्हां ने राज भी माणिया ते जोग भी माणिया है। भाव ग੍ਰਸਤੀ भी रहे ने ते माया तो उपराम भी रहे ने। ग੍ਰਸਤੀ ਹੁੰਦਿਆਂ ਹੋਇਆਂ ਨਿਰਲੇਪ ਵੀ ਰਹੇ ਨੇ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਜੋਗੀਆਂ ਨੂੰ ਵੀ ਕਹੀ ਸੀ। ਉਹਨਾਂ ਪੁੱਛਿਆ ਵੀ ਚਿੱਕੜ ਚ ਰਹਿ ਕੇ ਕੋਈ ਨਿਰਲੇਪ ਕਿਵੇਂ ਹੋ ਸਕਦਾ ਹੈ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਿਵੇਂ ਕਮਲ, ਜਿਵੇਂ ਮੁਰਗਾਬੀ ਕਮਲ ਦਾ ਫੁੱਲ ਚਿੱਕੜ ਵਿੱਚ ਹੈ, ਪਰ ਚਿੱਕੜ ਤੋਂ ਉੱਚਾ ਉੱਠਿਆ ਹੋਇਆ ਹੈ। ਚਿੱਕੜ ਤੋਂ ਬਾਹਰ ਰਹਿ ਕੇ ਤੇ ਕੋਈ ਵੀ ਸਾਫ਼ ਰਹਿ ਸਕਦਾ ਹੈ। ਸਵਾਦ ਤਾਂ ਜੇ ਚਿੱਕੜ ਵਿੱਚ ਰਹਿ ਕੇ ਕੋਈ ਸਾਫ਼ ਬਣ ਕੇ ਦਿਖਾਏ। ਘਰ-ਬਾਰ ਛੱਡ ਕੇ ਤੇ ਦੁਨੀਆ ਦੇ ਮੋਹ ਤੋਂ ਤੇ ਕੋਈ ਵੀ ਦੂਰ ਰਹਿ ਸਕਦਾ ਹੈ ਜੰਗਲ ਪਹਾੜ 'ਚ ਜਾ ਕੇ, ਪਰ ਪਰਿਵਾਰ ਵਿੱਚ ਬੱਚਿਆਂ ਵਿੱਚ ਰਹਿ ਕੇ ਮੋਹ ਤੋਂ ਹੰਕਾਰ ਤੋਂ ਬਚਣਾ ਬੜਾ ਔਖਾ ਹੈ। ਮੁਰਗਾਬੀ ਦੀ ਤਰ੍ਹਾਂ ਜਿਹੜੀ ਪਾਣੀ 'ਚ ਤੈਰਦੀ ਹੈ, ਪਰ ਜਦੋਂ ਉਡਾਰੀ ਮਾਰਨੀ ਹੁੰਦੀ ਹੈ ਖੰਭ ਫਿਰ ਸੁੱਕੇ ਨੇ, ਖੰਭ ਫਲਾਂਦੀ ਹਵਾ 'ਚ ਉਡਾਰੀ ਮਾਰਦਾ। ਗੁਰਸਿੱਖ ਰਹਿੰਦਾ ਪਰਿਵਾਰ ਦੇ ਚਿੱਕੜ ਵਿੱਚ ਹੈ, ਸੰਸਾਰ ਦੇ ਚਿੱਕੜ ਵਿੱਚ ਹੈ, ਪਰ ਜਦੋਂ ਰੱਬੀ ਮੰਡਲਾਂ 'ਚ ਉਡਾਰੀ ਮਾਰਨੀ ਹੁੰਦੀ ਹੈ ਇਹਦੇ ਖੰਭ ਸੁੱਕੇ ਨੇ। ਆ ਸਾਡਾ ਸੰਕਲਪ ਹੈਗਾ ਵੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ। ਇਸ ਕਰਕੇ ਅਸੀਂ ਰਾਜੇ ਵੀ ਜੋਗੀ ਵੀ ਗੁਰੂ ਨਾਨਕ ਸਾਹਿਬ ਦੀ ਸਾਨੂੰ ਦੇਣ ਹੈਗੀ ਹੈ, ਜਿਨ੍ਹਾਂ ਨੇ ਰਾਜ ਜੋਗ ਮਾਣਿਆ ਹੈ। ਇਸ ਤੋਂ ਅਗਲਾ ਸਵਈਆ, ਗਾਵੇਂ ਜਨਕਾਦ ਜੁਗਤ ਜੋਗੇਸ਼ਵਰ, ਹਰ ਰਸ ਪੂਰਨ ਸਰਬ ਕਲਾ, ਗਾਵੇਂ ਸੰਕਾਦ ਸਾਧ ਸਿੱਧਾਦਿਕ, ਮੁਨ ਜਨ ਗਾਵੇਂ ਅਛਲ ਛਲਾ। ਗਾਵੇਂ ਜਨਕਾਦ, ਜਨਕਾਦ ਮੈਨੇ ਜਨਕ ਆਦਿਕ ਜਿਹੜੇ ਨੇ ਉਹ ਵੀ ਗਾ ਰਹੇ ਨੇ, ਜਿਹੜੇ ਵੱਡੇ ਜੋਗੀ ਨੇ। ਜਨਕ, ਜਨਕ ਜਿਹੜਾ ਉਹ ਰਾਜਾ ਵੀ ਮੰਨਿਆ ਗਿਆ। ਜਨਕ ਜਿਹਦੇ ਬਾਰੇ ਭਾਈ ਗੁਰਦਾਸ ਨੇ ਕਿਹਾ ਸੀ ਵੀ ਉਹ ਵੀ ਮਾਇਆ ਵਿੱਚ ਰਹਿੰਦਿਆਂ ਨਿਰਲੇਪ ਹੈ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਗੁਰਬਾਣੀ ਵਿੱਚ ਵੀ ਉਹਦਾ ਜ਼ਿਕਰ ਆਇਆ, ਜਨਕ ਜਨਕ ਬੈਠੇ ਸਿੰਘਾਸਨ, ਨੋ ਮੁਨੀ ਧੂਰ ਲੈ ਲਾਵੇ। ਜਨਕ ਵਰਗੇ ਵੀ ਜਿਹੜੇ ਨੇ ਉਹ ਵੀ ਗੁਰੂ ਨਾਨਕ ਦੀ ਸਿਫਤ ਗਾ ਰਹੇ ਨੇ। ਸਿਫਤ ਗਾਉਣ ਦਾ ਭਾਵ ਗੁਰੂ ਨਾਨਕ ਦੇ ਹੁਕਮਾਂ ਨੂੰ, ਉਹਨਾਂ ਦੇ ਨਿਯਮਾਂ ਨੂੰ ਉਹ ਵੀ ਸਮਝ ਰਹੇ ਨੇ, ਮੰਨ ਰਹੇ। ਉਹ ਵੀ ਉਹਨਾਂ ਦੇ ਮੁਤਾਬਕ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਉਹਦੇ ਮੁਤਾਬਕ ਜ਼ਿੰਦਗੀ ਜੀ ਕੇ ਗਏ। ਗਾਉਣ ਦਾ ਮਤਲਬ ਹੁੰਦਾ ਹੈ ਨਿਯਮਾਂ ਦੇ ਵਿੱਚ ਆ ਜਾਣਾ। ਗਾਉਣ ਦਾ ਮਤਲਬ ਹੁੰਦਾ ਹੁਕਮ ਦੇ ਵਿੱਚ ਆ ਜਾਣਾ, ਨਿਯਮ ਦੇ ਵਿੱਚ ਆ ਜਾਣਾ। ਅਸੀਂ ਪੜ੍ਹਦੇ ਹਾਂ, ਗਾਵਨ ਤੁਧ ਨੂੰ ਪਵਨ ਪਾਣੀ ਬਸੰਤਰ ਗਾਵੇ, ਰਾਜਾ ਧਰਮ ਦੁਆਰੇ। ਹੁਣ ਪਵਨ ਪਾਣੀ ਬਸੰਤਰ ਕਿਵੇਂ ਗਾਉਣਗੇ, ਕਿਵੇਂ ਕੀਰਤਨ ਗਾਣਗੇ? ਹਵਾ ਕਿਵੇਂ ਗਾਏਗੀ, ਪਾਣੀ ਕਿਵੇਂ ਗਾਏਗਾ? ਪਾਣੀ ਤਬਲਾ ਵਜਾਏਗਾ, ਤਬਲੇ ਨੂੰ ਗਾਲ ਦੇਗਾ, ਵਾਜਾ ਵਜਾਏਗਾ, ਵਾਜੇ ਨੂੰ ਗਾਲ ਦੇਗਾ। ਅੱਗ ਕੀਰਤਨ ਕਰੇਗੀ, ਉੱਤੇ ਵਾਜੇ ਤਬਲੇ ਸਾੜ ਦੇਗੀ। ਇਹ ਕਿਵੇਂ ਗਾ ਰਹੇ ਨੇ? ਉਹਦੇ ਨਿਯਮਾਂ ਨੂੰ ਗਾ ਰਹੇ ਨੇ, ਉਹਦੇ ਨਿਯਮਾਂ ਦੇ ਵਿੱਚ ਬੰਨੇ ਹੋਏ, ਉਹਦੇ ਹੁਕਮਾਂ 'ਚ ਚੱਲ ਰਹੇ ਨੇ। ਪਾਣੀ ਨੇ ਨਿਮਾਣ ਵੱਲ ਜਾਣਾ ਤੇ ਨਿਮਾਣ ਵੱਲ ਹੀ ਜਾਣਾ ਹੈ। ਅੱਗ ਨੇ ਸਾੜਨਾ ਤੇ ਉਹਦੇ ਸਾੜਦਾ ਹੀ ਸਾੜਨੇ। ਉਹ ਆਪਣਾ ਸੁਭਾਅ ਨਹੀਂ ਛੱਡ ਸਕਦੀ, ਉਹ ਗਾਉਣਾ ਹੈ, ਭਾਵ ਹੁਕਮ ਦੇ ਵਿੱਚ ਆ ਜਾਣਾ। ਭੱਟ ਸਾਹਿਬਾਨ ਆਖਦੇ ਨੇ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਨਿਯਮਾਂ ਨੂੰ ਦੇਖਦੇ ਹਾਂ, ਉਹਨਾਂ ਦੇ ਉਪਦੇਸ਼ਾਂ ਨੂੰ, ਉਹਨਾਂ ਦੇ ਹੁਕਮਾਂ ਨੂੰ, ਜਨਕ ਵਰਗੇ ਵੀ ਉਹੀ ਹੁਕਮਾਂ 'ਚ ਜ਼ਿੰਦਗੀ ਬਤੀਤ ਕਰਕੇ ਗਏ। ਇਸ ਤਰ੍ਹਾਂ ਲੱਗਦਾ ਜਿਵੇਂ ਗੁਰੂ ਨਾਨਕ ਨੂੰ ਗਾ ਕੇ ਗਏ ਨੇ, ਗੁਰੂ ਨਾਨਕ ਪਾਤਸ਼ਾਹ ਦੇ ਮੁਤਾਬਕ ਹੀ, ਉਹਨਾਂ ਦੇ ਉਪਦੇਸ਼ਾਂ ਮੁਤਾਬਕ ਜ਼ਿੰਦਗੀ ਬਤੀਤ ਕਰ ਗਏ। ਗਾਵੇਂ ਜਨਕਾਦ ਜੁਗਤ ਜੋਗੇਸ਼ਰ, ਵੱਡੇ ਵੱਡੇ ਜੋਗੀਆਂ ਸਮੇਤ। ਜੁਗਤ ਮੈਨੇ ਯੁਕਤ, ਯੁਕਤੀ ਤੋਂ ਲਫ਼ਜ਼ ਬਣਿਆ। ਯੁਕਤੀ ਮੈਨੇ ਜੁਗਤੀ ਭਾਵ ਸਮੇਤ। ਸੰਸਕ੍ਰਿਤ ਦਾ ਯਈਆ ਜਿਹੜਾ ਉਹ ਪੰਜਾਬੀ ਵਿੱਚ ਆ ਕੇ ਜੱਜਾ ਬਣ ਜਾਂਦਾ ਹੈ, ਖਾਸ ਕਰ ਗੁਰਬਾਣੀ ਵਿੱਚ ਤੇ ਬਿਲਕੁਲ ਹੀ ਜੱਜਾ ਬਣ। ਇੱਥੇ ਯੁਕਤੀ ਨਹੀਂ ਆਉਂਦਾ, ਜੁਗਤੀ ਆਉਂਦਾ ਹੈ। ਗੁਰਬਾਣੀ ਵਿੱਚ ਜਿੱਥੇ ਯੋਗੀ ਹੈ, ਯਈਆ ਬਣ ਗਿਆ ਜੱਜਾ, ਬਣ ਗਿਆ ਜੋਗੀ। ਸੰਸਕ੍ਰਿਤ ਦਾ ਜਿਹੜਾ ਯੁਗ ਹੈਗਾ ਉਹ ਯਈਆ ਬਣ ਗਿਆ ਜੋਗ। ਜਿਹੜਾ ਉਹਨਾਂ ਦਾ ਸੂਰਯ ਹੈ, ਯਈਏ ਦੇ ਨਾਲ ਉਹ ਸੂਰਯ ਬਣ ਗਿਆ ਸੂਰਜ। ਉਹਨਾਂ ਦੀ ਯੁਕਤੀ ਬਣ ਗਿਆ ਉਕਤੀ ਜਾਂ ਜੁਗਤੀ। ਇਦਾਂ ਦੇ ਬਹੁਤ ਸਾਰੇ ਸ਼ਬਦ ਅਸੀਂ ਪੜ੍ਹਦੇ ਹਾਂ। ਜੁਗਤ ਮੈਨੇ ਯੁਗਤ ਸਮੇਤ, ਜੁਗਤ ਜੋਗੇਸ਼ਰ। ਜੋਗੀ ਪਲੱਸ ਈਸ਼ਰ ਭਾਵ ਵੱਡੇ ਵੱਡੇ ਜੋਗੀ, ਜੋਗੀਆਂ ਦੇ ਵੀ ਵੱਡੇ ਜੋਗੀ। ਹਰ ਰਸ ਪੂਰਨ ਸਰਬ ਕਲਾ। ਹਰ ਰਸ ਪੂਰਨ ਮੈਨੇ ਜੋ ਗੁਰੂ ਨਾਨਕ ਸਾਹਿਬ ਹਰੀ ਦੇ ਆਨੰਦ ਨਾਲ ਪੂਰਨ ਹਨ, ਉਹਦੇ ਰਸ ਵਿੱਚ ਪੂਰਨ ਹਨ। ਸਰਬ ਕਲਾ ਮੈਨੇ ਸਾਰੀਆਂ ਕਲਾਵਾਂ ਸਮੇਤ, ਸਾਰੀਆਂ ਸੱਤਿਆਵਾਂ ਸਮੇਤ। ਗਾਵੇਂ ਜਨਕਾਦ ਜੁਗਤ ਜੋਗੇਸ਼ਰ, ਹਰ ਰਸ ਪੂਰਨ ਸਰਬ ਕਲਾ। ਜੋ ਗੁਰੂ ਨਾਨਕ
ਹਰੀ ਦੇ ਰਸ ਵਿੱਚ ਭਿੱਜੇ ਹੋਏ ਨੇ, ਜੋ ਗੁਰੂ ਨਾਨਕ ਹਰ ਪ੍ਰਕਾਰ ਦੀ ਸੱਤਿਆ ਵਾਲੇ ਨੇ, ਉਹਨਾਂ ਨੂੰ ਜਨਕ ਆਦਿਕ ਵੱਡੇ ਵੱਡੇ ਵੀ ਜੋਗੀ ਗਾ ਰਹੇ ਨੇ। ਜਿਹੜੇ ਸਰਬ ਕਲਾਵਾਂ ਨੇ, ਸਾਰੀਆਂ ਕਲਾਵਾਂ, ਦੇਖੋ ਇੱਥੇ ਭੱਟਾਂ ਨੇ ਸਰਬ ਕਲਾ ਲਫ਼ਜ਼ ਵਰਤਿਆ। ਹਾਲਾਂਕਿ ਜਿਹੜੇ ਉਹਨਾਂ ਦੇ ਅਵਤਾਰ ਹੈਗੇ ਨੇ, ਕੋਈ 14 ਕਲਾ ਅਵਤਾਰ ਹੈਗਾ, ਕੋਈ 16 ਕਲਾ ਅਵਤਾਰ ਹੈਗਾ, ਪਰ ਜਦੋਂ ਗੁਰੂ ਨਾਨਕ ਦੀ ਸਿਫਤ ਕੀਤੀ, ਉਹਨਾਂ 14-16 ਕਲਾ ਨਹੀਂ ਕਿਹਾ, ਸਰਬ ਕਲਾ, ਸਾਰੀਆਂ ਕਲਾਵਾਂ ਦਾ ਮਾਲਕ। ਸਾਰੀਆਂ ਕਲਾਵਾਂ ਨੇ ਭਾਵ ਸਾਰੀਆਂ ਤਾਕਤਾਂ ਦੇ ਮਾਲਕ ਨੇ, ਸਾਰੀਆਂ ਸੱਤਾਵਾਂ ਦੇ ਮਾਲਕ ਹੈਗੇ ਨੇ। ਗਾਵੇਂ ਸੰਕਾਦ ਸਿੱਧ ਸਿਧਾਦਿਕ, ਮੁਨ ਜਨ ਗਾਵੇਂ ਅਛਲ ਛਲਾ। ਗਾਵੇਂ ਬਹੁਵਚਨ ਸ਼ਬਦ ਆ ਜਾਂਦਾ ਵੇ। ਜੇ ਹੋਵੇ ਗਾਵੇ, ਗੱਗੇ ਨੂੰ ਕੰਨਾ ਵਾਵੇ ਨੂੰ ਦਲਾਵਾਂ, ਫਿਰ ਇੱਕ ਗਾਉਂਦਾ ਹੈ। ਜੇ ਗੱਗੇ ਨੂੰ ਕੰਨਾ ਵਾਵਾ, ਕਿਰਿਆ ਦੇ ਖੀਰ ਤੇ ਹਾਹਨ ਸਿਆਰੀ ਆ ਗਈ। ਗਾਵੇਂ ਮੈਨੇ ਬਹੁਤੇ ਗਾਤੇ ਹਨ। ਕੌਣ ਕੌਣ ਨੇ ਜੀ? ਸਨਕਾਦ, ਸਾਧ, ਸਿਧਾਦਿਕ, ਮੁਨ ਜਨ ਗਾਵੇਂ ਅਛਲ ਛਲ। ਸਨਕਾਦ ਮੈਨੇ ਸਨਕ ਆਦਿਕ, ਜਿਹੜੇ ਬ੍ਰਹਮਾ ਦੇ ਪੁੱਤਰ ਹੈਗੇ ਨੇ, ਸਨਕ, ਸਨੰਦਰ, ਸਨੰਤਨ, ਸਨਤ ਕੁਮਾਰ ਤੇ ਸਨਾਤਨ, ਇਹ 4 ਪੁੱਤਰ। ਸਿਧਾਦਿਕ ਮੈਨੇ ਸਿੱਧ ਆਦਿਕ, ਜਿਹੜੇ ਹੋਰ ਵੀ ਨੇ ਸਿੱਧ ਆਦਿਕ ਹੈਗੇ ਨੇ। ਮੁਨ, ਮੁਨ ਜਿਹੜਾ ਨੰਨੇ ਨੂੰ ਸਿਹਾਰੀ ਨਾਲ ਲਾਇਆ ਹੈ, ਕਿਉਂਕਿ ਮੌਲਿਕ ਸ਼ਬਦ ਮੁਨ ਜਿਹੜਾ ਸਿਹਾਰੀ ਦੇ ਨਾਲ ਹੈ, ਮੁਨੀ ਤੋਂ ਬਣਿਆ ਹੈ। ਇਸ ਕਰਕੇ ਆਪਣੀ ਮੌਲਿਕ ਸਿਹਾਰੀ ਇਹ ਨਾਲ ਲੈ ਕੇ ਆਇਆ। ਜਨ ਬਹੁਤੇ ਆ ਗਏ, ਬਹੁਤੇ ਜਨ ਗਾਵੇਂ ਅਛਲ ਛਲਾ, ਨਾ ਛਲਿਆ ਜਾਣ ਵਾਲੇ ਗੁਰੂ ਨਾਨਕ ਪਾਤਸ਼ਾਹ। ਛਲਾ ਮੈਨੇ ਛਲਣ ਵਾਲੀ ਮਾਇਆ। ਜਿਸ ਗੁਰੂ ਨਾਨਕ ਸਾਹਿਬ ਨੂੰ ਮਾਇਆ ਨਹੀਂ ਛਲ ਸਕੀ, ਉਹਨਾਂ ਨੂੰ ਰਿਸ਼ੀ ਵੀ ਗਾਉਂਦੇ ਨੇ, ਸਨਕ ਆਦਿਕ, ਸਾਧ, ਸਿੱਧ, ਸਾਰੇ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਗਾ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਦਾ ਜਸ ਗਾਉਂਦੇ ਨੇ, ਉਹਨਾਂ ਦੇ ਹੁਕਮਾਂ ਦੇ ਮੁਤਾਬਕ ਜ਼ਿੰਦਗੀ ਬਤੀਤ ਕਰ ਗਏ ਨੇ। ਗਾਵੇਂ ਗੁਣ ਧੋਮ ਅਟਲ ਮੰਡਲ ਵੈ, ਭਗਤ ਪਾਏ ਰਸ ਜਾਣਿਓ। ਕਬ ਕਲ ਸੁਚਸ ਗਾਵੋਂ ਗੁਰੂ ਨਾਨਕ, ਰਾਜ ਜੋਗ ਚਿਨ ਮਾਣਿਓ। ਗਾਵੇ ਗੁਣ ਧੋਮ, ਧੋਮ ਇੱਕ ਰਿਸ਼ੀ ਦਾ ਨਾਮ ਹੈਗਾ ਵੇ। ਅਟਲ ਮੰਡਲ ਵੈ, ਮੰਡਲ ਵਾਲਾ, ਅਟਲ ਮੰਡਲ ਵਾਲਾ, ਜਿਹਦਾ ਮੰਡਲ ਅਟਲ ਹੈ, ਭਾਵ ਜਿਹਦਾ ਮੰਡਲ ਹਿਲਦਾ ਜੁਲਦਾ ਨਹੀਂ। ਇੱਥੇ ਮੁਰਾਦ ਹੈਗੀ ਹੈ ਧਰੂ ਭਗਤ ਤੋਂ, ਕਿ ਧਰੂ ਨੂੰ ਅਟਲ ਮੰਨਿਆ ਗਿਆ। ਕਿਉਂ? ਕਿਉਂਕਿ ਆਸਮਾਨ ਵਿੱਚ ਧਰਤੀ ਤੋਂ ਉਸ ਦਿਸ਼ਾ ਵਿੱਚ ਇਹ ਤਾਰਾ ਹੈਗਾ ਇੱਕ, ਜਿਹੜਾ ਤਾਰਾ ਲੱਗਦਾ ਵੀ ਘੁੰਮਦਾ ਨਹੀਂ ਹੈ, ਚੱਕਰ ਨਹੀਂ ਕੱਟਦਾ। ਹਾਲਾਂਕਿ ਤਾਰਾ ਉਹ ਵੀ ਘੁੰਮਦਾ, ਧਰਤੀ ਵੀ ਘੁੰਮਦੀ, ਪਰ ਉਹਨਾਂ ਤੋਂ ਘੁੰਮਣ ਦੀ ਦਿਸ਼ਾ ਤੇ ਚਾਲ ਇਸ ਤਰ੍ਹਾਂ ਦੀ ਹੈ ਵੀ ਇਕੱਠੇ ਇੱਕ ਬਰਾਬਰ ਦੀ ਚਾਲ ਹੋਣ ਕਰਕੇ ਲੱਗਦਾ ਵੀ ਉਹ ਤਾਰਾ ਰੁਕਿਆ ਹੋਇਆ। ਮਾਨੋ ਜਿਵੇਂ 2 ਟ੍ਰੇਨਾਂ 2 ਲਾਈਨਾਂ ਦੇ ਉੱਪਰ ਇੱਕੋ ਸਪੀਡ ਤੇ ਜਾਣ, ਲੱਗਦਾ ਨਾਲ ਵਾਲੀ ਟ੍ਰੇਨ ਰੁਕੀ ਹੋਈ ਹੈ, ਪਰ ਉਹ ਤਾਰਾ ਵੀ ਚੱਲਦਾ ਹੈ। ਉਸ ਤਾਰੇ ਦਾ ਨਾਮ ਧਰੂ ਇਸ ਕਰਕੇ ਪਿਆ ਕਿਉਂਕਿ ਉਹ ਤਾਰਾ ਅਟਲ ਹੈ। ਧਰੂ ਇਸ ਕਰਕੇ ਕਿਉਂਕਿ ਧਰੂ ਅਟਲ ਰਿਹਾ, ਧਰੂ ਡੋਲਿਆ ਨਹੀਂ, ਧਰੂ ਸਿਧਾਂਤਾਂ ਤੋਂ ਡਿੱਗਿਆ ਨਹੀਂ, ਖਿੜਿਆ ਨਹੀਂ, ਇਸ ਕਰਕੇ ਉਹਦਾ ਨਾਮ ਹੀ ਅਟਲ ਪੈ ਗਿਆ। ਅਟਲ ਮੰਡਲ ਵੈ ਭਾਵ ਧਰੂ ਭਗਤ। ਗਾਵੇ ਗੁਣ ਧੋਮ ਅਟਲ ਮੰਡਲ ਵੈ, ਭਗਤ ਭਾਏ ਰਸ ਜਾਣਿਓ। ਭਗਤ ਮੈਨੇ ਭਗਤੀ ਵਾਲੇ, ਭਾਏ ਮੈਨੇ ਭਾਵ ਨਾਲ ਪਿਆਰ, ਰਸ ਮੈਨੇ ਰੱਬੀ ਮਿਲਾਪ ਦਾ ਆਨੰਦ, ਜਿਨ੍ਹਾਂ ਨੇ ਜਾਣਿਆ ਹੈਗਾ। ਭਾਵ ਜਿਸ ਗੁਰੂ ਨਾਨਕ ਸਾਹਿਬ ਨੇ ਭਗਤੀ ਭਾਵ ਵਾਲੇ ਭਾਵ ਦੁਆਰਾ ਹਰੀ ਦੇ ਆਨੰਦ ਨੂੰ ਜਾਣਿਆ ਹੈ, ਉਹਨਾਂ ਦੇ ਗੁਣਾਂ ਨੂੰ ਧੂਮ ਰਿਸ਼ੀ ਵੀ ਗਾਉਂਦਾ ਹੈ, ਧਰੂ ਭਗਤ ਵੀ ਗਾਉਂਦਾ ਹੈ। ਕਬ ਕਲ ਸੁਜਸ ਗਾਵੋਂ ਗੁਰੂ ਨਾਨਕ, ਰਾਜ ਜੋਗ ਚਿਨ ਮਾਣਿਓ। ਭੱਟ ਕਲ ਕਵੀ ਜਿਹੜੇ ਨੇ ਉਹ ਆਖਦੇ ਨੇ, ਮੈਂ ਉਸ ਗੁਰੂ ਨਾਨਕ ਦੇ ਸੋਹਣੇ ਗੁਣ ਗਾਉਂਦਾ ਹਾਂ, ਜਿਨ੍ਹਾਂ ਨੇ ਰਾਜ ਤੇ ਜੋਗ ਦੋਨੋਂ ਮਾਣੇ ਨੇ। ਇਸ ਤੋਂ ਅੱਗੇ ਚੌਥਾ ਸਵਈਆ ਆਰੰਭ ਹੈਗਾ। ਗਾਵੇਂ ਕਪਿਲਾਦ ਆਦ ਜੋਗੇਸ਼ਵਰ, ਅਪਰੰਪਰ ਅਵਤਾਰ ਵਰੋ। ਗਾਵੇਂ ਜਮਦਗਨ ਪਰਸਰਾਮੇਸ਼ਵਰ, ਕਰ ਕੁਠਾਰ ਰਗ ਤੇਜ ਰਘੂ ਤੇਜ ਹਰਿਓ। ਗਾਵੇਂ ਕਪਿਲਾਦ, ਕਪਿਲ ਆਦਿਕ ਰਿਸ਼ੀ ਜਿਹੜੇ ਨੇ, ਆਦ ਜੋਗੇਸ਼ਵਰ, ਆਦ ਮੈਨੇ ਪੁਰਾਣੇ, ਪੁਰਾਤਨ, ਸ਼ੁਰੂ ਦੇ, ਮੁੱਢ ਦੇ, ਜੋਗੇਸ਼ਵਰ ਮੈਨੇ ਜੋਗੀ ਆਦਿਕ, ਵੱਡੇ ਵੱਡੇ ਜੋਗੀ ਜਨ, ਜੋਗੇਸ਼ਵਰ ਮੈਨੇ ਜੋਗੀਆਂ ਦੇ ਵੀ ਈਸ਼ਵਰ, ਵੱਡੇ ਜੋਗੀ। ਅਪਰੰਪਰ, ਜਿਹਦਾ ਪਰਲਾ ਪਾਰ ਨਾ ਪਾਇਆ ਜਾ ਸਕੇ, ਭਾਵ ਬੇਅੰਤ। ਅਵਤਾਰ ਵਰੋ, ਉਹ ਅਵਤਾਰ ਜਿਹੜੇ ਵਰੋ ਸ੍ਰੇਸ਼ਟ ਨੇ, ਸ੍ਰੇਸ਼ਟ ਅਵਤਾਰ, ਭਾਵ ਹਰੀ ਤੇ ਸ੍ਰੇਸ਼ਟ ਅਵਤਾਰ ਭਾਵ ਗੁਰੂ ਨਾਨਕ ਸਾਹਿਬ। ਗਾਵੇਂ ਜਮਦਗਨ ਪਰਸਰਾਮੇਸ਼ਵਰ, ਪਰਸਰਾਮੇਸ਼ਵਰ ਇੱਥੇ ਭਾਵ ਇੱਥੇ ਪਰਸ਼ਰਾਮ ਦਾ ਜ਼ਿਕਰ ਕੀਤਾ ਹੋਇਆ ਹੈ। ਕਰ ਕੁਠਾਰ, ਕਰ ਕਹਿੰਦੇ ਨੇ ਹੱਥ ਨੂੰ, ਕੁਠਾਰ ਮੈਨੇ ਕੁਹਾੜਾ, ਰਘੂ ਤੇਜ ਹਰਿਓ,
ਰਘੂ ਦਾ ਇੱਥੇ ਅਰਥ ਹੈ ਰਘੂ ਕੁਲ ਵਿੱਚ ਆਉਣ ਵਾਲੇ ਸ਼੍ਰੀ ਰਾਮ ਚੰਦਰ ਜੀ, ਜਿਨ੍ਹਾਂ ਦਾ ਤੇਜ ਪ੍ਰਤਾਪ ਖੋਹ ਲਿਆ ਸੀ। ਭਾਵ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਜਿਹੜੇ ਨੇ ਕਪਿਲ ਆਦਿਕ ਰਿਸ਼ੀ ਵੀ ਕਰ ਰਹੇ ਨੇ, ਪੁਰਾਤਨ ਵੱਡੇ ਵੱਡੇ ਜੋਗੀ, ਉਹ ਵੀ ਪ੍ਰਭੂ ਦੇ ਸ਼੍ਰੋਮਣੀ ਅਵਤਾਰ ਗੁਰੂ ਨਾਨਕ ਸਾਹਿਬ ਨੂੰ ਗਾ ਰਹੇ ਨੇ। ਜਮਦਗਨ ਦਾ ਪੁੱਤਰ ਜਿਹੜਾ ਪਰਸਰਾਮ ਹੈ, ਉਹ ਵੀ ਗਾ ਰਿਹਾ ਹੈ। ਉਹ ਪਰਸਰਾਮ ਜਿਹਦੇ ਹੱਥ ਵਿੱਚ ਕੁਹਾੜਾ ਹੈ, ਜਿਹਦਾ ਪ੍ਰਤਾਪ ਸ਼੍ਰੀ ਰਾਮਚੰਦਰ ਨੇ ਖੋਲਿਆ ਸੀ। ਭਾਵ ਜਿਹੜੇ ਸਾਡੇ ਵੱਡੇ ਵੱਡੇ ਅਵਤਾਰ ਵੀ ਆਏ, ਉਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਝੁਕੇ ਨਜ਼ਰ ਆਉਂਦੇ ਨੇ। ਭਾਵ ਗੁਰੂ ਨਾਨਕ ਸਾਹਿਬ ਦੀ ਸਿਫਤ ਉਹਨਾਂ ਤੋਂ ਵੀ ਉੱਚੀ ਹੈ। ਇਹ ਭੱਟਾਂ ਦੀ ਮਹਾਨਤਾ ਸੀ, ਉਹਨਾਂ ਦਾ ਵੱਡਪਣ ਸੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਗਾਈ, ਆਪਣੇ ਅਵਤਾਰਾਂ ਤੋਂ ਵੀ ਉੱਚਾ ਗੁਰੂ ਨਾਨਕ ਸਾਹਿਬ ਜੀ ਨੂੰ ਮੰਨ ਲਿਆ। ਭਾਵ ਜਿੱਦਣ ਦੇ ਗੁਰੂ ਨਾਨਕ ਦੇ ਦਰ ਤੇ ਆਏ ਆ, ਏਦਾਂ ਲੱਗਦਾ ਹੈ ਜਿਵੇਂ ਸਾਡੇ ਜਿਹੜੇ ਵੱਡੇ ਵਡੇਰੇ ਬਜ਼ੁਰਗ ਨੇ, ਉਹ ਵੀ ਗੁਰੂ ਨਾਨਕ ਨੂੰ ਗਾ ਰਹੇ ਨੇ, ਉਹ ਵੀ ਗੁਰੂ ਨਾਨਕ ਅੱਗੇ ਝੁਕੇ ਹੋਏ ਨੇ। ਹੁਣ ਜਿਸ ਕੰਮਕਾਰ ਦੇ ਵਿੱਚ ਕੀ ਹੁੰਦਾ ਹੈ, ਸੁਭਾਵਕ ਉਸੇ ਕੰਮਕਾਰ ਦੀ ਉਦਾਹਰਨ ਦਿੰਦਾ ਹੈ। ਜੇ ਜ਼ਿਮੀਂਦਾਰ ਕਿਸਾਨ ਕੋਈ ਉਦਾਹਰਨ ਦੇਗਾ, ਆਪਣੀ ਖੇਤੀਬਾੜੀ ਦੀ ਉਦਾਹਰਨ ਦੇਗਾ। ਜੇ ਕੋਈ ਵਪਾਰੀ ਉਦਾਹਰਨ ਦੇਗਾ, ਆਪਣੇ ਕੰਮਕਾਰ ਦੀ ਉਦਾਹਰਨ ਦੇਗਾ। ਇਸੇ ਤਰ੍ਹਾਂ ਜੇ ਕੋਈ ਧਾਰਮਿਕ ਆਦਮੀ ਉਦਾਹਰਨ ਦੇਗਾ, ਤੇ ਆਪਣੇ ਧਾਰਮਿਕ ਕਰਮਾਂ ਦੀ ਉਦਾਹਰਨ ਦੇਗਾ। ਭੱਟਾਂ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ, ਜਿਹੜੀਆਂ ਉਹਨਾਂ ਦੀਆਂ ਰੋਜ਼ ਪ੍ਰਚਲਿਤ ਵਾਲੀਆਂ ਉਦਾਹਰਨਾਂ ਸਨ, ਉਹ ਉਦਾਹਰਨਾਂ ਵਰਤ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਕੀਤੀ। ਅਗਲੇ ਬਚਨ, ਉਦੋ ਅਕਰੂਰ ਬਿਦਰ ਗੁਣ ਗਾਵੇ, ਸਰਬਾਤਮ ਜਿਨ ਜਾਣਿਓ, ਕਬ ਕਲ ਸੁਜਸ ਗਾਵੋ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਉਦੋ ਇਹ ਕ੍ਰਿਸ਼ਨ ਜੀ ਦਾ ਭਗਤ ਸੀ। ਅਕਰੂਰ ਇਹ ਵੀ ਕ੍ਰਿਸ਼ਨ ਦਾ ਭਗਤ ਸੀ। ਬਿਦਰ ਇਹ ਵੀ ਕ੍ਰਿਸ਼ਨ ਦਾ ਭਗਤ। ਸਰਬਾਤਮ ਨੇ ਸਰਵ ਆਤਮ, ਸਾਰੀਆਂ ਆਤਮਾਵਾਂ ਦੇ ਵਿੱਚ ਇੱਕ ਪ੍ਰਭੂ, ਜਿਨ ਮੈਨੇ ਜਿਸ ਗੁਰੂ ਨਾਨਕ ਸਾਹਿਬ ਦੀ। ਸਰਬਾਤਮ ਜਿਨ ਜਾਣਿਓ, ਜਿਸ ਗੁਰੂ ਨਾਨਕ ਪਾਤਸ਼ਾਹ ਨੇ ਸਰਵ ਵਿਆਪਕ ਹਰੀ ਨੂੰ ਜਾਣ ਲਿਆ, ਪ੍ਰਭੂ ਨੂੰ ਜਾਣ ਲਿਆ। ਉਦੋਂ ਅਕਰੂਰ ਬਿਦਰ ਗੁਣ ਗਾਵੇ, ਉਹਦੇ ਗੁਣ ਤੇ ਉਦੋਂ ਵੀ ਗਾ ਰਿਹਾ, ਅਕਰੂਰ ਵੀ ਗਾ ਰਿਹਾ, ਬਿਦਰ ਵੀ। ਭਾਵ ਜਦੋਂ ਅਸੀਂ ਦੇਖਦੇ ਹਾਂ ਵੀ ਉਦੋਂ ਅਕਰੂਰ ਬਿਦਰ ਕ੍ਰਿਸ਼ਨ ਜੀ ਦੇ ਗੁਣ ਗਾਉਂਦੇ ਨੇ, ਕ੍ਰਿਸ਼ਨ ਦੇ ਭਗਤ ਨੇ। ਹੁਣ ਸਾਡੇ ਲਈ ਸਾਡਾ ਕ੍ਰਿਸ਼ਨ ਤੇ ਗੁਰੂ ਨਾਨਕ ਹੋ ਗਿਆ। ਇਸ ਤਰ੍ਹਾਂ ਜੇ ਗੁਰੂ ਨਾਨਕ ਸਾਡੇ ਲਈ ਸਾਰਾ ਕੁਝ ਹੈ, ਤੇ ਇਹ ਉਦੋਂ ਅਕਰੂਰ ਬਿਦਰ ਵਰਗੇ ਵੀ ਗੁਰੂ ਨਾਨਕ ਦੀ ਹੀ ਸਿਫਤ ਕਰ ਰਹੇ ਨੇ। ਕਬ ਕਲ ਸੁਜਸ ਗਾਵੋ, ਗੁਰੂ ਨਾਨਕ ਰਾਜ ਚੋਗ ਜਿਨ ਬਾਣਿਓ। ਕਵੀ ਕੱਲ ਆਖਦਾ ਹੈਗਾ ਕਿ ਮੈਂ ਉਸ ਗੁਰੂ ਨਾਨਕ ਸਾਹਿਬ ਜੀ ਦੀ ਸੋਹਣੀ ਸਿਫਤ ਸਲਾਹ ਗਾਉਂਦਾ ਹਾਂ, ਜਿਨ੍ਹਾਂ ਨੇ ਰਾਜ ਵੀ ਮਾਣਿਆ ਹੈ ਤੇ ਜਿਨ੍ਹਾਂ ਨੇ ਜੋਗ ਵੀ ਮਾਣਿਆ ਹੈ। ਗ੍ਰਸਥ ਵਿੱਚ ਰਹਿੰਦਿਆਂ ਨਿਰਲੇਪ ਵੀ ਰਹੇ ਨੇ, ਧਰਮ ਕਰਮ ਜਿਨ੍ਹਾਂ ਨੇ ਸੰਸਾਰ ਵਿੱਚ ਰਹਿੰਦਿਆਂ ਕਮਾ ਲਏ। ਦੋਨੋਂ ਚੀਜ਼ਾਂ ਬਰਾਬਰ ਨਾਲ ਨੇ। ਗਾਵੇਂ ਗੁਣ ਵਰਨ ਚਾਰ ਖਟ ਦਰਸ਼ਨ, ਬ੍ਰਹਮਾਦਿਕ ਸਿਮਰੰਥ ਗੁਨਾ। ਗਾਵੇ ਗੁਣ ਸ਼ੇਸ ਸਹਿਸ ਜਿਹਵਾ ਰਸ, ਆਦ ਅੰਤ ਲਿਵਲਾਗ ਤੁਨਾ। ਗਾਵੇਂ ਗੁਣ, ਗੁਣ ਗਾਉਂਦੇ ਹਨ। ਕੌਣ ਕੌਣ ਗੁਣ ਗਾ ਰਹੇ ਨੇ ਜੀ? ਵਰਨ ਚਾਰ, ਚਾਰੇ ਵਰਨ, ਭਾਵੇਂ ਬ੍ਰਾਹਮਣ, ਭਾਵੇਂ ਖੱਤਰੀ, ਭਾਵੇਂ ਵੈਸ਼, ਭਾਵੇਂ ਸ਼ੂਦਰ, ਇਹ ਵੀ ਗੁਰੂ ਨਾਨਕ ਦੇ ਗੁਣ ਗਾਉਂਦੇ। ਖੱਟ ਦਰਸ਼ਨ ਮੈਨੇ 6 ਤਰ੍ਹਾਂ ਦੇ ਸਿਧਾਂਤ, 6 ਤਰ੍ਹਾਂ ਦੇ ਭੇਖ ਜੋਗੀਆਂ ਦੇ, ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਵਗੈਰਾ ਆਦਿਕ ਜਿਹੜੇ ਹੈਗੇ। ਸਿਮਰੰਤ ਮੈਨੇ ਸਿਮਰਦੇ ਹਨ, ਗੁਣਾ ਮੈਨੇ ਗੁਣਾ ਨੂੰ। ਸ਼ੇਸ਼, ਇੱਥੇ ਸ਼ੇਸ਼ ਮੈਨੇ ਸ਼ੇਸ਼ਨਾਗ। ਸਹਿਸ ਜੀਵਾ, ਹਜ਼ਾਰਾਂ ਜੀਵਾਂ ਦੇ। ਗਾਵੇਂ ਗੁਣ ਵਰਨ ਚਾਰ ਖਟ ਦਰਸ਼ਨ, ਚਾਰੇ ਵਰਨ 6 ਭੇਖ ਗੁਰੂ ਨਾਨਕ ਪਾਤਸ਼ਾਹ ਦੇ ਗੁਣ ਗਾ ਰਹੇ ਹਨ। ਬ੍ਰਹਮਾਦਿਕ ਸਿਮਰੰਤ ਗੁਣਾ, ਬ੍ਰਹਮਾ ਆਦਿਕ ਵਰਗੇ ਵੀ ਜਿਹੜੇ ਨੇ ਉਹਦੇ ਹੀ ਗੁਣ ਯਾਦ ਕਰ ਰਹੇ ਹਨ। ਸਿਮਰਨਾ ਮੈਨੇ ਚਿੱਤੇ ਕਰਨਾ, ਯਾਦ ਕਰ ਰਹੇ ਹਨ। ਗਾਵੇ ਗੁਣ ਸ਼ੇਸ਼, ਹੁਣ ਦੇਖੋ ਇੱਥੇ ਗਾਵੇ ਆ ਗਿਆ, ਬਾਵੇ ਨੂੰ ਦਲਾਵਾਂ ਆ ਗਈਆਂ, ਹੁਣ ਇੱਕ ਵਚਨ ਆ ਗਿਆ ਗਾਉਂਦਾ ਹੈ। ਪਿੱਛੇ ਬਹੁਵਚਨ ਸੀ, ਗਾਵੇਂ ਗਾਉਂਦੇ ਹਨ। ਬਹੁਤੇ ਸਨ ਕਿਉਂਕਿ 4 ਵਰਨ ਵੀ ਸੀ, 6 ਦਰਸ਼ਨ ਵੀ ਸੀ, ਬ੍ਰਹਮਾ ਆਦਿਕ ਵੀ ਸੀ, ਬਹੁਤੇ ਸਨ, ਇਸ ਕਰਕੇ ਆ ਗਿਆ ਗਾਵੇਂ। ਤੇ ਹੁਣ ਇੱਕ ਜਣੇ ਦੀ ਗੱਲ ਆ ਗਈ, ਗਾਵੇ ਗੁਣ ਸ਼ੇਸ਼। ਜਿਹੜਾ ਸ਼ੇਸ਼ ਨਾਗ ਹੈ ਉਹ ਵੀ ਗਾਉਂਦਾ ਹੈ, ਤੇ ਗੁਣ ਬਹੁਤੇ ਨੇ, ਬਹੁਤੇ ਗੁਣਾਂ ਨੂੰ ਗਾਉਂਦੇ। ਕਿੰਨੇ ਗੁਣ? ਸਹਿਸ ਜੀਵਾ ਰਸ, ਹਜ਼ਾਰਾਂ ਜੀਵਾਂ ਦੇ ਨਾਲ। ਆਮ ਤੌਰ ਤੇ ਸਨਾਤਨ ਮਤ ਵਿੱਚ ਮੰਨਿਆ ਗਿਆ ਕਿ ਸ਼ੇਸ਼ ਨਾਗ ਦੇ ਹਜ਼ਾਰਾਂ ਫਣ ਨੇ, ਹਜ਼ਾਰਾਂ ਮੂੰਹ ਨੇ, ਤੇ ਇੱਕ ਇੱਕ ਮੂੰਹ ਦੇ ਨਾਲ ਇੱਕ ਇੱਕ ਨਵਾਂ ਨਾਮ ਰੱਬ ਦਾ ਲੈਂਦਾ ਹੈ। ਤੇ ਭੱਟ ਕਹਿਣ ਲੱਗੇ, ਸਾਨੂੰ ਤੇ ਏਦਾਂ ਲੱਗਦਾ ਜਿਵੇਂ ਉਹੀ ਗੁਰੂ ਨਾਨਕ ਦੀ ਸਿਫਤ ਗਾ ਰਿਹਾ ਹੋ। ਲੱਗਦਾ ਕੁੱਲ ਕਾਇਨਾਤ ਗੁਰੂ ਨਾਨਕ ਦੀ ਸਿਫਤ ਗਾ ਰਹੀ। ਸਾਰੇ ਪੀਰ ਪੈਗੰਬਰ, ਸਾਰੇ ਜਿਹੜੇ ਦੇਵੀ ਦੇਵਤੇ, ਸਾਰੇ ਰਿਸ਼ੀ ਮੁਨੀ, ਸਾਰੇ ਭਗਤ
ਗੁਰੂ ਨਾਨਕ ਨੂੰ ਹੀ ਗਾ ਰਹੇ ਨੇ। ਜਿਹੜਾ ਸ਼ੇਸ਼ਨਾਗ ਕਿਹਾ ਜਾਂਦਾ ਵੀ ਰੱਬ ਦੀ ਸਿਫਤ ਗਾ ਰਿਹਾ, ਸਾਨੂੰ ਤੇ ਲੱਗਦਾ ਵੀ ਉਹ ਵੀ ਗੁਰੂ ਨਾਨਕ ਦੀ ਹੀ ਸਿਫਤ ਗਾ ਰਿਹਾ। ਗੁਰੂ ਨਾਨਕ ਪਾਤਸ਼ਾਹ ਨੂੰ ਮਾਣ ਦਿੱਤਾ ਭੱਟ ਕਲ ਸਹਾਰ ਨੇ ਕਿ ਸਾਡੇ ਵੱਡੇ ਵਡੇਰੇ, ਸਾਡੇ ਦੇਵੀ ਦੇਵਤੇ, ਹੇ ਗੁਰੂ ਨਾਨਕ ਸਾਹਿਬ, ਉਹ ਵੀ ਤੈਨੂੰ ਗਾ ਰਹੇ ਨੇ, ਭਾਵ ਤੇਰੇ ਸਾਹਮਣੇ ਝੁਕ ਗਏ, ਤੇਰੇ ਸਾਹਮਣੇ ਉਹ ਵੀ ਤੁੱਛ ਨੇ, ਹੇਠ ਨੇ, ਤੂੰ ਉਹਨਾਂ ਤੋਂ ਕਿਤੇ ਮਹਾਨ ਹੈਗਾ। ਗਾਵੇ ਗੁਣ ਸ਼ੇਸ਼ ਸਹਿਸ ਜੇਵਾ ਰਸ, ਆਦ ਅੰਤ ਲਿਵ ਲਾਗ ਤੁਨਾ। ਆਦ ਅੰਤ ਮੈਨੇ ਲਗਾਤਾਰ ਇੱਕ ਰਸ, ਸ਼ੁਰੂ ਤੋਂ ਲੈ ਕੇ ਅੰਤ ਤੱਕ ਲਿਵ ਦੀ ਧੁਨ ਲਗਾ, ਲਗਾਤਾਰ ਇੱਕ ਰਸ ਧੁਨੀ ਲਗਾ ਕੇ ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਣਾਂ ਨੂੰ ਗਾ ਰਿਹਾ ਹੈ। ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਗਾਵੇ ਗੁਣ ਮਹਾਦੇਵ ਬੈਰਾਗੀ, ਇੱਥੇ ਫਿਰ ਇੱਕ ਦੀ ਗੱਲ ਆ ਗਈ, ਗਾਵੇ ਗਾਉਂਦਾ ਹੈ ਕੌਣ? ਮਹਾਦੇਵ ਬੈਰਾਗੀ, ਜਿਹੜਾ ਵਿਰਾਗਵਾਨ ਤਿਆਗੀ ਮੰਨਿਆ ਗਿਆ। ਮਹਾਦੇਵ ਮੈਨੇ ਸ਼ਿਵ, ਸ਼ਿਵ ਨੂੰ ਵਿਰਾਗਵਾਨ ਮੰਨਿਆ ਗਿਆ, ਭਾਵ ਤਿਆਗੀ, ਘਰ-ਬਾਰ ਛੱਡ ਕੇ ਕੈਲਾਸ਼ ਪਰਬਤ ਤੇ ਚਲਾ ਗਿਆ। ਉਹ ਵੀ ਗੁਣਾਂ ਨੂੰ ਗਾਉਂਦਾ ਹੈ। ਗੁਣ ਬਹੁਤੇ ਨੇ, ਰਾਣੇ ਨੂੰ ਔਂਕੜ ਨਹੀਂ ਆਈ, ਬਹੁਤੇ ਗੁਣਾਂ ਦਾ ਜ਼ਿਕਰ ਹੈ। ਬਹੁਤੇ ਗੁਣਾਂ ਨੂੰ ਉਹ ਮਹਾਦੇਵ ਬੈਰਾਗੀ ਵੀ ਗਾਵੇ ਮੈਨੇ, ਇੱਕ ਜਣਾ ਉਹ ਗਾਉਂਦਾ ਹੈ। ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਸ਼ਿਵ ਬਾਰੇ ਕਿਹਾ ਜਾਂਦਾ ਹੈ ਵੀ ਉਹਦਾ ਧਿਆਨ, ਉਹਦੀ ਸਮਾਧੀ ਬੜੀ ਮਹਾਨ। ਪਰ ਭੱਟ ਕਲ ਸਹਾਰ ਆਖਦੇ ਨੇ, ਏਦਾਂ ਲੱਗਦਾ ਹੈ ਜਿਵੇਂ ਉਹ ਸ਼ਿਵ ਵੀ ਗੁਰੂ ਨਾਨਕ ਨੂੰ ਗਾ ਰਿਹਾ, ਉਹਦੇ ਧਿਆਨ ਵਿੱਚ ਜੁੜਿਆ ਹੈ। ਭਾਵ ਗੁਰੂ ਨਾਨਕ ਸਾਹਿਬ ਇੰਨੇ ਮਹਾਨ ਨੇ ਕਿ ਜਿਨ੍ਹਾਂ ਦੇ ਸਾਹਮਣੇ ਆ ਜਿਹੜੇ ਦੇਵੀ ਦੇਵਤੇ ਰੱਬ ਦੀ ਸਿਫਤ ਗਾ ਰਹੇ ਨੇ, ਸਾਨੂੰ ਲੱਗਦਾ ਗੁਰੂ ਨਾਨਕ ਨੂੰ ਗਾ ਰਹੇ ਨੇ, ਗੁਰੂ ਨਾਨਕ ਦੀ ਸਿਫਤ ਗਾ ਰਹੇ ਨੇ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਕਬ ਕਲ ਮੈਨੇ ਕਵੀ ਜਿਹੜਾ ਹੈਗਾ ਕਲ, ਉਹ ਆਖਦਾ ਹੈਗਾ ਸੁਜਸ ਗਾਵੋ ਗੁਰੂ ਨਾਨਕ, ਮੈਂ ਉਸ ਗੁਰੂ ਨਾਨਕ ਦੀ ਸਿਫਤ ਸੋਹਣੇ ਜਸ ਨੂੰ ਗਾਉਂਦਾ ਹਾਂ। ਰਾਜ ਜੋਗ ਜਿਨ ਮਾਣਿਓ, ਜਿਹਨੇ ਰਾਜ ਤੇ ਜੋਗ ਦੋਵੇਂ ਮਾਣੇ। ਭਾਵ ਫਕੀਰੀ ਤੇ ਅਮੀਰੀ, ਬਾਦਸ਼ਾਹ ਤੇ ਫਕੀਰੀ, ਦੋਨੋਂ ਗੁਣ, ਦੋਨੋਂ ਰਸ ਨਹੀਂ ਮਾਣੇ। ਆਮ ਤੌਰ ਤੇ ਇੱਕ ਰਸ ਮਾਣਿਆ ਜਾਂਦਾ ਹੈ, ਜਾਂ ਤੇ ਸੰਸਾਰ ਦਾ ਜਾਂ ਨਿਰੰਕਾਰ ਦਾ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਧਰਮ ਨੂੰ ਗ੍ਰਸਤ ਤੋਂ, ਸੰਸਾਰ ਤੋਂ ਅਲੱਗ ਕਰਕੇ ਦੇਖਿਆ ਗਿਆ ਕਿ ਜਾਂ ਤੇ ਬੰਦਾ ਸੰਸਾਰ ਵਿੱਚ ਖਚਤ ਹੈ, ਜਾਂ ਸੰਸਾਰ ਛੱਡ ਕੇ, ਪਰਿਵਾਰ ਛੱਡ ਕੇ ਜੰਗਲ ਪਹਾੜ ਵਿੱਚ ਖਚਤ ਹੈ। ਪਰ ਗੁਰੂ ਨਾਨਕ ਪਾਤਸ਼ਾਹ ਦਾ ਮਤ ਜਿਹੜਾ ਉਹ ਗ੍ਰਸਤ ਪ੍ਰਧਾਨ ਹੈ, ਜਿਹਦੇ ਵਿੱਚ ਦੋਨੋਂ ਚੀਜ਼ਾਂ ਨਾਲ ਨਾਲ, ਪਰ ਦੋਨੋਂ ਚੀਜ਼ਾਂ ਨਾਲ ਸੰਤੁਲਨ ਰੱਖਣੀਆਂ ਗੁਰੂ ਨਾਨਕ ਸਾਹਿਬ ਨੇ ਸਿਖਾ ਦਿੱਤੀਆਂ। ਇਹ ਨਹੀਂ ਕਿਹਾ ਵੀ ਮਾਇਆ ਦਾ ਤਿਆਗ ਕਰੋ, ਬਲਕਿ ਇਹ ਕਹਿ ਦਿੱਤਾ ਮਾਇਆ ਦਾ ਮੋਹ ਤਿਆਗ ਦਿਓ। ਇਹ ਨਹੀਂ ਕਿਹਾ ਮਾਇਆ ਦਾ ਤਿਆਗ ਕਰੋ, ਨਹੀਂ, ਮਾਇਆ ਦਾ ਲੋਭ ਤਿਆਗ ਦਿਓ। ਮਾਇਆ ਦਾ ਹੰਕਾਰ ਦੇ ਤਿਆਗ ਕਰਨੇ, ਫਿਰ ਤਿਆਗਣਾ, ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਮਾਇਆ ਦੇ ਤਿਆਗ ਦੀ ਕਿਤੇ ਗੱਲ ਹੀ ਨਹੀਂ, ਮਾਇਆ ਦਾ ਤਿਆਗ ਕਿਤੇ ਮੰਨਿਆ ਹੀ ਨਹੀਂ ਗਿਆ। ਯਾਦ ਰੱਖਿਓ, ਤਿਆਗ ਸ਼ਬਦ ਜਿਹੜਾ ਹੈ ਨਾ, ਤਿਆਗ ਸ਼ਬਦ ਬੜਾ ਝੂਠਾ ਸ਼ਬਦ ਹੈ। ਆਮ ਤੌਰ ਤੇ ਕਿਹਾ ਜਾਂਦਾ ਫਲਾਣਾ ਬਹੁਤ ਤਿਆਗੀ ਹੈ, ਪਰ ਤਿਆਗ ਸ਼ਬਦ, ਤਿਆਗ ਦਾ ਮਤਲਬ ਹੁੰਦਾ ਛੱਡਣਾ, ਬਿਲਕੁਲ ਛੱਡ ਹੀ ਦੇਣਾ। ਪਰ ਜਿਹੜਾ ਬਦਲੇ 'ਚ ਕੁਝ ਪਾ ਰਿਹਾ ਹੈ, ਉਹ ਤਿਆਗ ਨਹੀਂ ਮੰਨਿਆ ਜਾਏ। ਉਸ ਤਿਆਗ ਦਾ ਕੀ ਅਰਥ? ਜਿਹੜਾ ਕੁਝ ਪਾਣ ਲਈ ਕੀਤਾ ਹੋਵੇ, ਉਹ ਤੇ ਸੌਦਾ ਹੈ ਨਾ। ਹੁਣ ਬਾਜ਼ਾਰ 'ਚੋਂ ਕੋਈ ਚੀਜ਼ ਖਰੀਦਣੀ ਹੋਵੇ ਤੇ ਜੇਬ ਖਾਲੀ ਕਰਨੀ ਪੈਂਦੀ ਹੈ। ਇਹਦਾ ਮਤਲਬ ਇਹ ਨਹੀਂ ਵੀ ਆਪ ਤਿਆਗ ਕਰ ਰਹੇ ਹੋ, ਵੀ ਮੈਂ ਬੜਾ ਤਿਆਗ ਕੀਤਾ, ਨਹੀਂ, ਉਹਨੂੰ ਸੌਦਾ ਕਿਹਾ ਜਾਂਦਾ ਹੈ। ਅਸੀਂ ਸੌਦਾ ਕਰ ਰਹੇ ਹਾਂ, ਇੱਕ ਚੀਜ਼ ਦੇ ਰਹੇ ਹਾਂ, ਦੂਜੀ ਚੀਜ਼ ਲੈ ਰਹੇ ਹਾਂ। ਧਰਮ ਦੀ ਦੁਨੀਆ 'ਚ ਜਿਨ੍ਹਾਂ ਨੇ ਕਿਹਾ ਸੀ ਤਿਆਗ ਕੀਤਾ ਘਰ-ਬਾਰ ਦਾ, ਪਰਿਵਾਰ ਦਾ, ਉਹ ਤਿਆਗ ਦੀ ਸੌਦੇਬਾਜ਼ੀ ਹੈ ਕਿ ਮੈਂ ਘਰ ਛੱਡਦਾ, ਮੈਨੂੰ ਰੱਬ ਮਿਲ ਜਾਏ, ਮੈਂ ਮੋਹ ਛੱਡਦਾ, ਪਰਿਵਾਰ ਛੱਡਦਾ, ਬੱਚਿਆਂ ਨੂੰ ਛੱਡਦਾ, ਮੈਨੂੰ ਮੁਕਤੀ ਮਿਲ ਜਾਏ, ਮੈਨੂੰ ਸਵਰਗ ਮਿਲ ਜਾਏ। ਫਿਰ ਉਹ ਤਿਆਗ ਥੋੜ੍ਹੀ ਹੈ ਤੇ ਸੌਦੇਬਾਜ਼ੀ। ਤਿਆਗ ਦਾ ਮਤਲਬ ਹੁੰਦਾ ਬਦਲੇ 'ਚ ਕੁਝ ਵੀ ਨਹੀਂ ਚਾਹੀਦਾ, ਸਿਰਫ ਦੇਣਾ ਹੀ ਦੇਣਾ, ਲੈਣਾ ਕੁਝ ਵੀ ਨਹੀਂ। ਤੇ ਦੂਜਾ, ਤਿਆਗ ਸ਼ਬਦ ਆਪਣੇ ਆਪ 'ਚ ਬੜਾ ਝੂਠਾ ਸ਼ਬਦ ਹੈ। ਅਸਲ ਵਿੱਚ ਅਗਿਆਨਤਾ ਦਾ ਨਾਮ ਤਿਆਗ ਹੈ। ਗਿਆਨ ਆ ਜਾਏ ਤੇ ਤਿਆਗ ਨਹੀਂ ਹੁੰਦਾ। ਇੱਕ ਛੋਟੀ ਜਿਹੀ ਕਹਾਣੀ ਕਹਿਣਾ, ਗੱਲ ਸਮਝ ਆ ਜਾਏਗੀ। ਫਿਰ ਨਾਲ ਨਾਲ ਆਪਾਂ ਇਸ ਨੂੰ ਵੀ ਅੱਗੇ ਤੋਰਦੇ ਹਾਂ। ਕੋਈ ਫਕੀਰ ਸੀ, ਬਚਪਨ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਉਹ ਪਿਕਨਿਕ ਤੇ ਗਿਆ ਦਰਿਆ ਦੇ ਕਿਨਾਰੇ। ਜਦੋਂ ਦਰਿਆ ਕਿਨਾਰੇ ਪਹੁੰਚਾ ਤੇ ਦੇਖਿਆ ਬੜੇ ਉੱਤੇ ਰੰਗ ਬਿਰੰਗੇ ਪੱਥਰ ਪਏ ਸੀ। ਏਡੇ ਕੀਮਤੀ ਪੱਥਰ। ਉਹਨੇ ਉਹਨਾਂ ਪੱਥਰਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਪੱਥਰ ਉਹਨੇ ਇਕੱਠੇ ਕਰ ਲਏ। ਦੁਪਹਿਰ
ਹੋ ਗਈ ਦੁਪਹਿਰ ਤੱਕ। ਦੁਪਹਿਰ ਨੂੰ ਜਦੋਂ ਖਾਣਾ ਖਾਣ ਲੱਗੇ ਤੇ ਉਹਦੇ ਪਿਓ ਨੇ ਕਿਹਾ, ਸੁੱਟ ਪਰਾਂ, ਕਿਹੜੇ ਪੱਥਰ ਚੁੱਕੀ ਫਿਰਦਾ ਮੈਂ, ਆ ਕੇ ਖਾਣਾ ਖਾ। ਕਹਿਣ ਲੱਗਾ, ਮੈਨੂੰ ਮੇਰੇ ਮਾਪਿਓ ਬੜੇ ਤਿਆਗੀ ਲੱਗੇ, ਜਿਹੜੇ ਕਹਿ ਰਹੇ ਸੀ ਸੁੱਟ ਪਰਾਂ, ਖਾਣਾ ਖਾ। ਖਾਣਾ ਖਾ ਕੇ ਮੈਂ ਫਿਰ ਜਿਉਂ ਰੰਗ ਬਿਰੰਗੇ ਪੱਥਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ, ਸ਼ਾਮ ਤੱਕ ਢੇਰ ਲਾ ਲਿਆ। ਜਦੋਂ ਜਾਣ ਲੱਗੇ, ਮੇਰੇ ਪਿਓ ਨੇ ਫਿਰ ਝਟਕਾ ਮਾਰੀਆਂ, ਆਹ ਕੀ ਪੱਥਰ ਚੁੱਕੇ, ਸੁੱਟ ਪਰਾਂ ਇਹਨਾਂ ਨੂੰ, ਇਹ ਕੀ ਚੁੱਕੀ ਫਿਰਦਾ ਹੈਗਾ। ਉਦੋਂ ਤੇ ਮੈਨੂੰ ਮੇਰਾ ਪਿਓ ਬੜਾ ਤਿਆਗੀ ਲੱਗਿਆ, ਏਡੇ ਕੀਮਤੀ ਪੱਥਰ, ਰੰਗ ਬਿਰੰਗੇ ਹੀਰੇ ਜਵਾਹਰਾਤਾਂ। ਮੇਰਾ ਪਿਓ ਕਹਿ ਰਿਹਾ ਛੱਡ ਦੇ। ਸੱਚਮੁੱਚ ਮੇਰਾ ਪਿਓ ਬਹੁਤ ਤਿਆਗੀ ਹੈ। ਕਹਿਣ ਲੱਗਾ, ਮੈਂ ਸਾਰੇ ਪੱਥਰ ਸੁੱਟ ਦਿੱਤੇ, ਪਰ ਇੱਕ ਪੱਥਰ ਜੇਬ ਚ ਲੁਕੋ ਕੇ ਨਾਲ ਲੈ। ਰੋਜ਼ ਉਸ ਪੱਥਰ ਨੂੰ ਕੱਢ ਕੇ ਮੈਂ ਉਹਦੇ ਨਾਲ ਖੇਡਣਾ, ਫਿਰ ਲੁਕੋ ਦੇਣਾ, ਫਿਰ ਸਕੂਲ ਤੋਂ ਆ ਕੇ ਫਿਰ ਖੇਡਣਾ, ਫਿਰ ਲੁਕੋ ਦੇਣਾ। ਜਦੋਂ ਮੈਂ ਵੱਡਾ ਹੋਇਆ, ਮੇਰੇ ਜਨਮ ਦਿਨ ਤੇ ਮੇਰੇ ਪਿਤਾ ਨੇ ਮੈਨੂੰ ਕਿਹਾ, ਆਪ ਤੈਨੂੰ ਇੱਕ ਤੋਹਫਾ ਦਿਆਂ, ਤੇਰਾ ਬਰਥਡੇ ਗਿਫਟ ਦਿਆਂ। ਮੇਰੇ ਪਿਤਾ ਨੇ ਕੀ ਕੀਤਾ, ਇੱਕ ਕੀਮਤੀ ਹੀਰਾ ਲਿਆ ਕੇ ਮੇਰੇ ਹੱਥ ਤੇ ਰੱਖ ਦਿੱਤਾ, ਤੇ ਬਹੁਤ ਕੀਮਤੀ ਹੈ, ਇਹਨੂੰ ਸਾਂਭ ਕੇ ਰੱਖੀ, ਇਹ ਤੇਰੇ ਜਨਮ ਦਿਨ ਦਾ ਤੋਹਫਾ ਹੈ। ਉਹ ਫਕੀਰ ਕਹਿਣ ਲੱਗਾ, ਜਦੋਂ ਮੈਂ ਹੀਰੇ ਦੀ ਚਮਕ ਦੇਖੀ ਵੀ ਅਸਲੀ ਹੀਰਾ ਤੇ ਇਹ ਹੈ, ਮੈਂ ਤਾਂ ਪੱਥਰ ਚੁੱਕੀ ਫਿਰਦਾ ਸੀ। ਕਹਿਣ ਲੱਗਾ, ਮੈਂ ਉਸੇ ਵਕਤ ਪੱਥਰ ਚੁੱਕਿਆ, ਚੁੱਕ ਕੇ ਬਾਹਰ ਗਲੀ ਚ ਸੁੱਟ ਦਿੱਤਾ। ਹੁਣ ਮੈਂ ਕਹਾਂ ਮੈਂ ਪੱਥਰ ਦਾ ਤਿਆਗ ਕਰ ਦਿੱਤਾ ਤੇ ਮੇਰੀ ਇਹ ਮੂਰਖਤਾ ਹੋਏਗੀ। ਤਿਆਗ ਨਹੀਂ ਕੀਤਾ, ਮੈਨੂੰ ਗਿਆਨ ਆ ਗਿਆ ਵੀ ਪੱਥਰ ਹੈ, ਤੇ ਪੱਥਰਾਂ ਦਾ ਤਿਆਗ ਥੋੜੇ ਹੁੰਦਾ ਹੈ। ਜਿੰਨਾ ਚਿਰ ਗਿਆਨ ਨਹੀਂ ਸੀ, ਜਦੋਂ ਉਦੋਂ ਪੱਥਰ ਛੱਡਿਆ, ਉਦੋਂ ਲੱਗਦਾ ਸੀ ਬੜਾ ਵੱਡਾ ਤਿਆਗ ਕਰ ਰਿਹਾ ਮੈਂ। ਅੱਜ ਪਤਾ ਲੱਗ ਗਿਆ ਤੇ ਪੱਥਰ ਸੀ, ਤੇ ਪੱਥਰਾਂ ਦਾ ਵੀ ਕਦੀ ਕੋਈ ਤਿਆਗ ਕਰਦਾ ਹੈ। ਪੱਥਰ ਤੇ ਸੁੱਟ ਦਿੱਤੇ ਜਾਂਦੇ ਨੇ, ਮੈਂ ਪੱਥਰ ਸੁੱਟ ਦਿੱਤਾ। ਜਦੋਂ ਸੁੱਟਿਆ, ਮਨ ਚ ਇੱਕ ਵਿਚਾਰ ਹੋਰ ਆਈ, ਮਨਾ ਹੁਣ ਜਿਹਨੂੰ ਤੂੰ ਹੁਣ ਹੀਰਾ ਸਮਝ ਰਿਹਾ, ਹੋ ਸਕਦਾ ਹੈ ਵੀ ਪੱਥਰ ਹੀ ਹੋਵੇ, ਹੀਰਾ ਕੋਈ ਹੋਰ ਹੀ ਹੋਵੇ। ਬਸ ਉਸ ਦਿਨ ਤੋਂ ਅਸਲੀ ਹੀਰੇ ਦੀ ਖੋਜ ਸ਼ੁਰੂ ਹੋ ਗਈ ਸੀ। ਹੁਣ ਇਹ ਗੱਲ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਵੀ ਕਹੀ। ਭਗਤ ਕਬੀਰ ਜੀ ਕਹਿਣ ਲੱਗੇ ਵੀ ਆਮ ਲੋਕਾਂ ਨੇ ਕੀ ਕੀਤਾ, ਇੱਕ ਹੱਥ ਸੰਸਾਰ ਛੱਡ ਦਿੱਤਾ ਤੇ ਹੱਥ ਖਾਲੀ ਹੋ ਗਏ। ਉਹਨੇ ਕਹਿਤਾ, ਬੜਾ ਤਿਆਗ, ਪ੍ਰਭੂ ਮਿਲਿਆ ਨਹੀਂ। ਜੇ ਪ੍ਰਭੂ ਮਿਲਿਆ ਨਹੀਂ ਤੇ ਸੰਸਾਰ ਛੱਡਣ ਦੀ ਲੋੜ ਕੀ ਸੀ। ਹਾਂ, ਜੇ ਕਿਤੇ ਪ੍ਰਭੂ ਮਿਲ ਜਾਏ ਨਾ, ਸੰਸਾਰ ਛੱਡਣਾ ਨਹੀਂ ਪੈਂਦਾ, ਛੁੱਟ ਜਾਂਦਾ ਹੈ। ਫਿਰ ਆਪਣੇ ਆਪ ਹੀ ਸੰਸਾਰ ਛੁੱਟ ਜਾਂਦਾ ਹੈ, ਛੱਡਣਾ ਪੈਂਦਾ ਨਹੀਂ ਹੈ। ਕਿ ਨਹੀਂ ਬੰਜਿਆ ਕਾਂਸੀ ਤਾਂਬਾ, कि नहीं लोम सुपारी, संतों बंजिया नाम गोबिंद का, ऐसी खेप हमारी, हर के नाम के व्यापारी, हीरा हाथ चढ़िया निर्मोलक, छूट गई संसारी। छड्डनी नहीं पई, संसारी छुट गई। त्याग नहीं कीता, पता लग गया पत्थर ने, पत्थरां दा त्याग थोड़े हुंदा है। हुण पत्थरां नूं जोड़ के मैं बैठण दी थां बना लवांगा, पत्थरां ते चढ़ के बह जावांगा। त्याग थोड़े करना है, इन्हां दी वरतों कर लवांगा। त्याग नहीं, हुण ज्ञान आ गया। जदों ज्ञान आ जांदा है, उदों त्याग की परिभाषा झूठी हो जाती, त्याग की डेफिनेशन ही गलत हो जाती। त्याग उन्ना चिर सानू लगदा है जिन्ना चिर सानू ज्ञान नहीं है। पत्थरां नूं भी छड्डना असीं सोचदे हां त्याग कर रहे, जिद्दन ज्ञान आ जांदा है उदन पत्थरां दा त्याग करना नहीं पैंदा, छुट जांदे ने। हीरा जो उसलई मिल गया, हीरा हाथ चढ़िया निर्मोलक, छूट गई संसारी, संसारी छूट गई। गुरु नानक पातशाह ने आ सिखाया अपने सिख नूं, सिखा राज जोग किवें करने, राज विच रहिंदिआं ਇਹਦੇ ਤੋਂ ਨਿਰਲੇਪ ਹੋ ਜਾਣਾ। ਜਿੱਦਣ ਨਿਰਲੇਪ ਹੋ ਜਾਏਗਾ, ਉਦਣ ਜੋਗ ਨੂੰ ਸਮਝ ਲੈ, ਜਾਂ ਜਿਸ ਦਿਨ ਜੋਗ ਨੂੰ ਸਮਝ ਲਏਗਾ, ਉਸ ਦਿਨ ਵੈਸੇ ਰਾਜ ਤੋਂ ਨਿਰਲੇਪ ਹੋ ਜਾਏਗਾ, ਰਹੇਗਾ ਰਾਜ ਵਿੱਚ ਹੀ, ਪਰ ਉੱਚਾ ਉੱਠ ਕੇ ਰਹੇਗਾ। ਬਸ ਇਸ ਕਰਕੇ ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ, ਜਿਨ੍ਹਾਂ ਨੇ ਰਾਜ ਵੀ ਮਾਣਿਆ, ਜੋਗ ਵੀ ਮਾਣਿਆ, ਭਾਵ ਸੰਸਾਰ ਵਿੱਚ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਪ੍ਰਭੂ ਦੇ ਨਾਲ ਜੁੜੇ ਰਹੇ। 6ਵਾਂ ਸਵਈਆ ਆਰੰਭ ਹੈਗਾ ਜੀ। राज जोग माणियो, बस्यो निर्वैर निरंतर, सृष्ट सगल उदरी ना, ले तरयो निरंतर। राज जोग माणियो, बस्यो निर्वैर निरंतर। राज जोग माणियो, भाव गुरु नानक पातशाह ने राज भी माणिया, जोग भी माणिया। बस्यो निर्वैर निरंतर, निरंतर दो लफ्जां नूं मिला के बनया रिद अंतर, हिरदे विच, ਹਿਰਦੇ ਦੇ ਅੰਦਰ। ਗੁਰੂ ਨਾਨਕ ਪਾਤਸ਼ਾਹ ਦੇ ਹਿਰਦੇ ਵਿੱਚ ਨਿਰਵੈਰ ਪ੍ਰਭੂ ਵਸ ਰਿਹਾ ਹੈ। ਅਕਾਲ ਪੁਰਖ ਨਿਰਵੈਰ ਉਹਨਾਂ ਦੇ ਹਿਰਦੇ ਵਿੱਚ ਵਸ ਰਿਹਾ ਹੈ। ਸ੍ਰਿਸ਼ਟ ਸਗਲ ਉਦਰੀ, ਸਾਰੀ ਸ੍ਰਿਸ਼ਟੀ ਤਰ ਗਈ, ਨਾਮ ਲੈ ਤਰਿਓ ਨਿਰੰਤਰ। ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ ਗਿਆਨ ਦੇ ਸਦਕਾ ਤਰ ਗਈ, ਭਾਵ ਗੁਰੂ ਨਾਨਕ ਪਾਤਸ਼ਾਹ ਨੇ ਸ੍ਰਿਸ਼ਟੀ ਨੂੰ ਵੀ ਨਾਮ ਦੀ ਬਰਕਤ ਨਾਲ ਤਾਰ ਦਿੱਤਾ। ਨਾਮ ਲੈ ਤਰਿਓ ਨਿਰੰਤਰ, ਲਗਾਤਾਰ ਇੱਕ ਰਸ ਨਾਮ ਜਪ ਕੇ ਗੁਰੂ ਨਾਨਕ ਪਾਤਸ਼ਾਹ ਦੇ ਉਦਰੇ ਉਹਨਾਂ ਨੇ
ਸ੍ਰਿਸ਼ਟੀ ਨੂੰ ਵੀ ਉਧਾਰ ਦਿੱਤਾ। ਗੁਣ ਗਾਵੇ ਸੰਕਾਦ ਆਦ ਜਨਕਾਦ ਜੁਗੈ ਲਗ, ਧੰਨ ਧੰਨ ਗੁਰੂ ਧੰਨ ਜਨਮ ਸਕਥ ਭਲਿਓ ਜਗ। ਗਾਵੇ ਗੁਣ ਸੰਕਾਦ, ਸੰਕਾਦ ਆਦਿਕ ਜਿਹੜੇ ਨੇ ਬ੍ਰਹਮਾ ਦੇ ਪੁੱਤਰ ਸਨਕ ਆਦਿਕ, ਇਹ ਵੀ ਜਿਹੜੇ ਨੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਗੁਣਾਂ ਨੂੰ ਗਾ ਰਹੇ ਨੇ। ਆਦ ਸ਼ੁਰੂ ਤੋਂ ਮੁੱਢ ਤੋਂ, ਜਨਕਾਦ ਜਨਕ ਆਦਿਕ ਜਿਹੜੇ ਨੇ, ਜੁਗੈ ਲਗ ਜੁਗਾਂ ਤੋਂ ਸਦਾ ਤੋਂ ਹਮੇਸ਼ਾ ਤੋਂ, ਭਾਵ ਸਨਕ ਆਦਿਕ ਬ੍ਰਹਮਾ ਦੇ ਪੁੱਤਰ, ਜਨਕ ਆਦਿਕ ਜਿਹੜੇ ਪੁਰਾਣੇ ਰਿਸ਼ੀ ਮੁਨੀ ਨੇ, ਕਈ ਯੁਗਾਂ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਗੁਣਾਂ ਨੂੰ ਗਾ ਰਹੇ ਨੇ। ਕਿਵੇਂ ਗਾ ਰਹੇ ਨੇ? ਧੰਨ ਧੰਨ ਗੁਰ ਧੰਨ ਜਨਮ ਸਕਥ ਭਲਿਓ ਜਗ। ਇਹ ਧੰਨ ਹੈ ਗੁਰੂ ਨਾਨਕ, ਧੰਨ ਹੈ ਗੁਰੂ ਨਾਨਕ, ਜਗਤ ਵਿੱਚ ਉਹਨਾਂ ਦਾ ਜਨਮ ਲੈਣਾ ਸਕਾਰਥਾ ਤੇ ਭਲਾ ਹੈ, ਭਾਵ ਦੁਨੀਆ ਤੇ ਆਉਣਾ ਉਹਨਾਂ ਦਾ ਸਫਲ ਹੈ, ਸੰਸਾਰ ਨੂੰ ਕੁਝ ਦੇ ਕੇ ਜਾ ਰਹੇ ਨੇ। ਪਾਤਾਲਪੁਰੀ ਜੈਕਾਰ ਤੁਮ ਕਬ ਜਨ ਕਲ ਬਖਾਣਿਓ, ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ। ਪਾਤਾਲਪੁਰੀ ਜੈਕਾਰ ਤੁਮ, ਪਤਾਲਪੁਰੀ ਭਾਵ ਪਤਾਲ ਤੋਂ ਵੀ, ਪਤਾਲ ਤੋਂ ਵੀ ਆਵਾਜ਼ ਤੇਰੀ ਜੈ ਜੈਕਾਰ ਦੀ ਹੈ। ਭਾਵ ਸਮੁੰਦਰ ਵਿਚਲੇ ਜੀਵ ਜਿਹੜੇ ਨੇ, ਸਮੁੰਦਰ ਵਿੱਚ ਪਤਾਲ ਵਿੱਚ ਵਸਣ ਵਾਲੇ, ਉਹ ਵੀ ਤੇਰੀ ਹੀ ਸਿਫਤ ਗਾ ਰਹੇ ਨੇ। ਉੱਥੋਂ ਵੀ ਤੇਰੀ ਜੈ ਜੈਕਾਰ ਦੀ ਧੁਨੀ ਉੱਠ ਰਹੀ ਹੈ। ਕਬ ਜਨ ਕਲ ਵਖਾਣਿਓ, ਜਿਹੜਾ ਕਵੀ ਹੈ ਕਲ ਪਟ, ਉਹ ਬੇਨਤੀ ਕਰਦਾ ਹੈ, ਵਖਾਣਿਓ ਮਨੇ ਬੇਨਤੀ ਕਰਦਾ ਹੈ, ਆਖਦਾ ਹੈ, ਹਰ ਨਾਮ ਰਸਿਕ ਨਾਨਕ ਗੁਰ, ਗੁਰੂ ਨਾਨਕ ਪਾਤਸ਼ਾਹ ਹਰੀ ਨਾਮ ਦੇ ਰਸੀਏ ਹਨ, ਹਰੀ ਨਾਮ ਦਾ ਆਨੰਦ ਮਾਣਦੇ ਹਨ। ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ। ਇਹ ਗੁਰੂ ਨਾਨਕ ਪਾਤਸ਼ਾਹ ਤੁਸੀਂ ਰਾਜ ਵੀ ਮਾਣਿਆ, ਜੋਗ ਵੀ ਮਾਣਿਆ, ਭਾਵ ਤੁਸੀਂ ਬਾਦਸ਼ਾਹ ਵੀ ਹੋ ਤੇ ਦਰਵੇਸ਼ ਵੀ ਹੋ। ਆਹੀ ਰਾਜ ਜੋਗ ਦੀ ਰੀਤ ਜਿਹੜੀ ਅੱਗੇ ਚੱਲ ਕੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਬਣੀ। ਇਹੀ ਰਾਜ ਜੋਗ ਜਿਹੜਾ ਅੱਗੇ ਜਾ ਕੇ ਸਿੱਖ ਦੇ ਲਈ ਦੋਨੋਂ ਚੀਜ਼ਾਂ ਬਣੀਆਂ, ਅਕਾਲ ਤਖਤ ਤੇ ਦਰਬਾਰ ਸਾਹਿਬ, ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ। ਇਹ ਗੁਰੂ ਨਾਨਕ ਪਾਤਸ਼ਾਹ ਤੋਂ ਦੀ ਸ਼ੁਰੂਆਤ ਹੈ। ਮੀਰੀ ਤੇ ਪੀਰੀ, ਭਗਤੀ ਤੇ ਸ਼ਕਤੀ, ਇੱਕ ਪਾਸੇ ਦਰਬਾਰ ਸਾਹਿਬ, ਦੂਜੇ ਪਾਸੇ ਅਕਾਲ ਤਖਤ ਸ਼ਕਤੀ, ਇੱਕ ਪਾਸੇ ਰਾਜਸੀ ਤਖਤ, ਇੱਕ ਪਾਸੇ ਭਗਤੀ ਦਾ ਤਖਤ। ਇਹ ਜਿਹੜੀ ਰੀਤ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਗਈ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਰਾਜ ਤੇ ਜੋਗ ਦੋਨਾਂ ਦੀ ਪ੍ਰਧਾਨਤਾ ਹੈਗੀ ਹੈ। ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ। ਇਸ ਤੋਂ ਅੱਗੇ ਸੋਈਏ ਦੀ ਕਰ ਲਈ ਵਿਚਾਰ ਕੇ ਸਮਾਪਤੀ ਕਰੀ। ਇਸ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਰਾਜ ਜੋਗ ਦੀ ਪ੍ਰਧਾਨਤਾ ਹੈ। ਇੱਥੇ ਭਗਤੀ ਵੀ ਹੈ, ਸ਼ਕਤੀ ਵੀ ਹੈ, ਮੀਰੀ ਵੀ ਹੈ, ਪੀਰੀ ਵੀ ਹੈ। ਇੱਥੇ ਸਿੱਖ ਸੰਤ ਵੀ ਹੈ ਤੇ ਸਿਪਾਹੀ ਵੀ। ਕੱਲਾ ਸੰਤ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ, ਤੇ ਕੱਲਾ ਸਿਪਾਹੀ ਵੀ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ। ਜਿਹਦੇ ਅੰਦਰ ਸੰਤ ਤੇ ਸਿਪਾਹੀ ਵਾਲੇ ਦੋਨੋਂ ਗੁਣ ਨੇ, ਉਹ ਖਾਲਸਾ ਸੰਤ ਤੋਂ ਵੀ ਉੱਚਾ ਤੇ ਸਿਪਾਹੀ ਤੋਂ ਵੀ ਉੱਚਾ, ਭਾਵ ਦੋਨੋਂ ਗੁਣਾਂ ਦੇ ਨਾਲ ਭਰਪੂਰ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਨਾਨਕ ਪਾਤਸ਼ਾਹ ਦੀ ਚਲਾਈ ਹੋਈ ਰੀਤ ਰਾਜ ਜੋਗ ਨੂੰ ਅਸੀਂ ਵੀ ਮੰਨ ਲਈਏ, ਜਿਹਨੂੰ ਗੁਰਬਾਣੀ ਚ ਅਸੀਂ ਪੜ੍ਹਦੇ ਹਾਂ, ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਕੀਰਤ ਬਣਾਈ। ਮੇਰੇ ਪਾਸੋਂ ਸਵਈਆਂ ਦੀ ਵਿਚਾਰ ਕਰਦਿਆਂ ਬੇਅੰਤ ਗੁਲਾਮੀਆਂ ਹਨ। ਆਪ ਜੀ ਨਾ ਚਿਤਾਰਨਾ, ਹੁਕਮ ਬਖਸ਼ ਲੈਣਾ, ਇਹਨੀਆਂ ਬੇਨਤੀਆਂ ਬੰਦ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।